ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਮਰ ਨਾਮ ਸਭ ਕਾਮ ਹੈ। ਬਨ ਨਾ ਜਾਏ ਜਮ ਤਾਮ। ਆਪਨ ਸਰੂਪ ਅਨੂਪ ਕੋ ਜਾਨ ਲੇਤ ਅਬ ਰਾਮ। ਸਿਮਰ ਨਾਮ ਸਭ ਕਾਮ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਸੰਧਿਆ ਦੇ ਸਮੇਂ ਤੋਂ ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਸਤਿਗੁਰੂ ਜੀ ਕੀ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਿਤਨੇਮ ਦੇ ਨਾਲ ਹੀ ਜੋ ਰੋਜ਼ਾਨਾ ਹੀ ਸੋ ਦਰ ਰਹਿਰਾਸ ਸਾਹਿਬ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਆਪਾਂ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਬਹਾਵਲਪੁਰ ਦੀ ਰਿਆਸਤ, ਜਿੱਥੇ ਬਹੁਤ ਹੀ ਉੱਤਮ ਜਾਤੀ ਦੇ ਸੈਯਦ ਪੀਰ ਵਸਦੇ ਸਨ, ਉੱਥੇ ਇੱਕ ਜਲਾਲਦੀਨ ਪੀਰ ਦਾ ਸੇਵਕ, ਜੋ ਸਿੰਧੀ ਸੇਵਕ ਮੁਰੀਦ ਹੈਗਾ ਸੀ, ਉਹ ਸਤਿਗੁਰੂ ਮਹਾਰਾਜ ਜੀ ਦੀ ਉਸਨੇ ਬਾਣੀ ਸੁਣੀ। ਬਾਣੀ ਸੁਣ ਕੇ ਅਤੇ ਉਹ ਬਹੁਤ ਵਿਚਾਰਦਾ ਸੀ ਇਸ ਤੁਕ ਨੂੰ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਜਿਸ ਕਰਕੇ ਉਸਨੇ ਆਪਣੇ ਪੀਰ ਜਲਾਲਦੀਨ ਨੂੰ ਦੱਸਿਆ। ਜਲਾਲਦੀਨ ਪੀਰ ਨੇ ਕਿਹਾ ਵੀ ਉਹ ਜਿਹੜੇ ਐਸੇ ਦਰਵੇਸ਼ ਜਿਨ੍ਹਾਂ ਦੀ ਬਾਣੀ ਬਚਨ ਹੈ, ਵੀ ਤੂੰ ਸਿੰਧੀ ਸੇਵਕ ਜਾ ਕੇ ਉਹਨਾਂ ਦਰਵੇਸ਼ਾਂ ਨੂੰ ਇੱਥੇ ਬੁਲਾ ਕੇ ਲਿਆ, ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ। ਉਹ ਫਿਰ ਸਤਿਗੁਰੂ ਜੀ ਨੂੰ ਬੁਲਾ ਕੇ ਲਿਆਂਦਾ। ਬਹੁਤ ਬਚਨ ਵਿਲਾਸ ਹੋਏ ਹੈ। ਅਖੀਰੇ ਉਹ ਸਿੰਧੀ ਸੇਵਕ ਨੇ ਆਪਣੀ ਗੱਲ ਪੀਰ ਜੀ ਅੱਗੇ ਰੱਖੀ, ਜਿਸ ਕਰਕੇ ਪੀਰ ਨੇ ਸਤਿਗੁਰੂ ਜੀ ਨੂੰ ਕਿਹਾ, ਗੁਰੂ ਸਾਹਿਬ ਜੀ ਨੇ ਪੀਰ ਜੀ ਨੂੰ ਕਿਹਾ ਵੀ ਤੁਸੀਂ ਦੱਸੋ, ਜੇ ਤੁਸੀਂ ਇਸ ਗੱਲ ਦਾ, ਇਸ ਬਚਨ ਦਾ ਅਰਥ ਨਹੀਂ ਜਾਣਦੇ ਤਾਂ ਚਲੋ ਆਓ ਜੀ ਮੱਕੇ ਦੀ ਹੱਜ ਕਰੋ, ਮੱਕੇ ਕਾਬੇ ਮੰਦਰ ਜਾਓ, ਉੱਥੇ ਤੁਹਾਨੂੰ ਇਹਦਾ ਉੱਤਰ ਮਿਲੇਗਾ। ਐਵੇਂ ਜਲਾਲਦੀਨ ਪੀਰ ਜੀ ਸਾਧ ਸੰਗਤ ਜੀ ਉੱਥੇ ਚਲੇ ਗਏ। ਰਸਤੇ ਵਿੱਚ ਜਾਂਦਿਆਂ ਜਦੋਂ ਸਮੁੰਦਰੀ ਜਹਾਜ਼ ਵਿੱਚ ਬੈਠੇ, ਸਮੁੰਦਰੀ ਜਹਾਜ਼ ਇੱਕ ਪਹਾੜ ਦੇ ਕਿਨਾਰੇ 'ਤੇ ਜਾ ਲੱਗਾ, ਜਿਸ ਕਰਕੇ ਇਹ ਪੀਰ ਜਲਾਲਦੀਨ ਜੀ ਉਸ ਜਹਾਜ਼ ਤੋਂ ਉਤਰੇ ਹਨ, ਪਹਾੜ 'ਤੇ ਚੜ੍ਹ ਗਏ ਅਤੇ ਸੋਚਿਆ ਵੀ ਇਹ ਪਹਾੜ 'ਤੇ ਵੇਖਦੇ ਆ ਕੀ ਕੁਝ ਹੈ। ਉਹ ਫਿਰ ਜਦੋਂ ਗਏ ਆ ਅਤੇ ਇੱਕ ਬੜੇ ਸੋਹਣੇ ਉਸ ਪਹਾੜ 'ਤੇ ਮੰਦਰ ਮਕਾਨ ਬਣੇ ਹੋਏ ਸੀ। ਮੰਦਰ ਮਕਾਨਾਂ ਵਿੱਚ ਸੋਹਣੀਆਂ ਸੋਹਣੀਆਂ ਸੇਜਾਂ, ਸੋਹਣੇ ਪਲੰਘ ਡੱਠੇ ਹੋਏ ਸਨ। ਪੀਰ ਜੀ ਵੇਖ ਕੇ ਬੜੇ ਹੈਰਾਨ ਹੋਏ ਵੀ ਇੱਥੇ ਕੌਣ ਰਹਿੰਦਾ ਹੈ, ਇਸ 'ਤੇ ਕੋਈ ਨਾ ਕੋਈ ਤਾਂ ਇੱਥੇ ਆਉਂਦਾ ਜਾਂਦਾ ਹੋਏਗਾ ਜਿਨ੍ਹਾਂ ਵਾਸਤੇ ਐਸਾ ਸੋਹਣਾ ਸਥਾਨ ਹੈ, ਮਕਾਨ ਹੈ, ਸੇਜਾਂ ਹੈ। ਫਿਰ ਵਿਚਾਰਦੇ ਵੀ ਚਲੋ ਸ਼ਾਮ ਨੂੰ ਦੇਖਾਂਗੇ ਕੌਣ ਹੁੰਦਾ ਹੈ। ਸਮੁੰਦਰ ਦੇ ਕਿਨਾਰੇ 'ਤੇ ਆ ਗਏ। ਜਦੋਂ ਇੱਥੇ ਆਏ, ਇੱਥੇ ਇੱਕ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ। ਉਸ ਡੁੱਬਦੇ ਜਹਾਜ਼ ਨੂੰ ਵੇਖ ਕੇ ਪੀਰ ਜੀ ਨੇ ਕਿਹਾ ਵੀ ਹੇ ਖੁਦਾ, ਇਸ ਜਹਾਜ਼ ਵਿੱਚ ਲੋਕ ਦੇਸ਼ਾਂ ਵਿਦੇਸ਼ਾਂ 'ਚੋਂ ਆਪਣੇ ਪਰਿਵਾਰਾਂ ਨੂੰ ਛੱਡ ਛੱਡ ਕੇ ਵਣਜ ਵਪਾਰ ਵਾਸਤੇ ਆਏ ਆ, ਅਤੇ ਤੂੰ ਇਹਨਾਂ ਨੂੰ ਡੋਬ ਰਿਹਾ, ਤੂੰ ਇਹਨਾਂ ਨੂੰ ਕਾਹਨੂੰ ਡੋਬ ਰਿਹਾ? ਤੈਨੂੰ ਡੋਬਣਾ ਨਹੀਂ ਚਾਹੀਦਾ, ਕਾਹਨੂੰ ਇਹਨਾਂ ਨੂੰ ਮਾਰ ਰਿਹਾ ਹੈ ਤੂੰ? ਇਵੇਂ ਜਦੋਂ ਤਰਕ ਦੇ ਬਚਨ ਕਹੇ ਹੈ ਅਤੇ ਸਾਧ ਸੰਗਤ ਜੀ ਉਹ ਜਹਾਜ਼ ਡੁੱਬਣੋਂ ਬਚ ਗਿਆ, ਰਹਿ ਗਿਆ। ਫਿਰ ਜਿਸ ਤਰ੍ਹਾਂ ਜਹਾਜ਼ ਡੁੱਬਣੋਂ ਰਹਿ ਗਿਆ ਅਤੇ ਆ ਕੇ ਸ਼ਾਮ ਨੂੰ ਵੀ ਚਲੋ ਹੁਣ ਮੈਂ ਵੇਖਾਂ ਸੇਜਾਂ ਉੱਪਰ ਜਾ ਕੇ ਕੌਣ ਆਇਆ ਹੈ। ਜਦੋਂ ਉਹਨਾਂ ਮਕਾਨਾਂ ਮੰਦਰਾਂ ਵਿੱਚ ਆਏ ਆ ਅਤੇ ਉੱਥੇ ਆ ਕੇ ਕੀ ਵੇਖਿਆ ਵੀ ਪਹਿਲਾਂ ਹੀ ਸੰਤ ਪਰਮੇਸ਼ਰ ਦੇ ਪਿਆਰੇ ਆ ਕੇ ਬੈਠੇ ਹੋਏ। ਉਹਨਾਂ ਮਹਾਤਮਾ ਨੂੰ ਦੇਖ ਕੇ ਬੜੇ ਹੈਰਾਨ ਜਿਹੇ ਹੋਏ, ਇਹ ਕਿਸ ਤਰਫੋਂ ਆ ਗਏ। ਜਦੋਂ ਬੈਠੇ ਮਹਾਤਮਾ ਉਸੇ ਵੇਲੇ ਹੀ ਜਿਹੜੇ ਆ ਭੋਜਨ ਦੇ ਥਾਲ ਕੁਦਰਤ ਵੱਲੋਂ ਸ਼ਕਤੀ ਨਾਲ ਹੀ ਉਤਰੇ ਠਾਹ ਨੂੰ, ਜਿਹਦੇ ਵਿੱਚ ਮਿੱਠੇ ਪਿਆਰੇ ਸਵਾਦ ਵਾਲੇ ਭੋਜਨ ਹੈ। ਅਤੇ ਜਲਾਲਦੀਨ ਪੀਰ ਨੂੰ ਕੁਝ ਨਹੀਂ ਮਿਲਿਆ ਹੈ, ਇਹਦੇ ਅੱਗੇ ਕੋਈ ਥਾਲ ਨਹੀਂ ਆਇਆ। ਇਹ ਕੁਝ ਵੇਖ ਕੇ ਜਲਾਲਦੀਨ ਪੀਰ ਜੀ ਵੱਲ ਉਹ ਸੰਤ ਮਹਾਤਮਾ ਮੁਖੀ ਸੰਤ ਕੋ ਗਏ। ਕਹਿੰਦੇ ਸੰਤ ਜੀ, ਇੱਕ ਫਕੀਰ ਆ ਕੇ ਇੱਥੇ ਬੈਠਾ ਹੋਇਆ ਹੈ ਅਤੇ ਪਤਾ ਨਹੀਂ ਕੀ ਗੱਲ ਵੀ ਉਸ ਫਕੀਰ ਨੂੰ ਭੋਜਨ ਵਾਲਾ ਥਾਲ ਨਹੀਂ ਮਿਲਿਆ, ਮੈਨੂੰ ਮਿਲ ਗਿਆ ਹੈ। ਉਹ ਮਹਾਤਮਾ ਕਹਿੰਦੇ ਵੀ ਤੂੰ ਕਾਹਨੂੰ ਚਿੰਤਾ ਕਰਦਾ ਹੈ, ਉਹ ਪਰਮੇਸ਼ਰ ਸਭ ਨੂੰ ਦਿੰਦਾ ਹੈ,
ਇਹਦੇ ਵਿੱਚ ਕੋਈ ਅਪਰਾਧ ਗੁਨਾਹ ਇਹਨੇ ਕੀਤਾ ਹੋਏਗਾ, ਕੋਈ ਕਸੂਰ ਹੋਏਗਾ ਤਾਂ ਹੀ ਇਹਨੂੰ ਮਿਲਿਆ। ਤੂੰ ਨਾ ਚਿੰਤਾ ਕਰ, ਤੂੰ ਆਪਣਾ ਜਾ ਕੇ ਛਕ ਛਕਾ ਲੈ। ਉਹ ਮਹੰਤ ਨੇ ਜਾ ਕੇ ਛਕ ਲਿਆ। ਇਹ ਰਾਤ ਭੁੱਖੇ ਰਹੇ ਬਹਾਵਲਦੀਨ ਪੀਰ ਜਲਾਲਦੀਨ ਜੀ। ਦੂਸਰੇ ਦਿਨ ਫਿਰ ਕੀ ਵੇਖਿਆ, ਉਹਦੇ ਕਿਨਾਰੇ ਜਾ ਕੇ ਪਹਿਲਾਂ ਤਾਂ ਰਾਤ ਇਹ ਵਿਚਾਰੀ ਵੀ ਸੰਤ ਐ ਕਿਸ ਤਰ੍ਹਾਂ ਆਏ, ਚਲੋ ਜੇ ਆਉਂਦੇ ਨਹੀਂ ਵੇਖੇ ਤਾਂ ਦਿਨੇ ਜਾਂਦਿਆਂ ਜ਼ਰੂਰ ਵੇਖ ਲਵਾਂਗਾ। ਰਾਤ ਸਾਰੀ ਨਹੀਂ ਸੁੱਤੇ। ਜਦੋਂ ਦਿਨ ਚੜ੍ਹਿਆ ਹੈ, ਚੜ੍ਹਨ ਵਾਲਾ ਹੀ ਹੈ, ਉਦੋਂ ਜਲਾਲਦੀਨ ਪੀਰ ਜੀ ਨੂੰ ਨੀਂਦ ਆ ਗਈ, ਸੌਂ ਗਏ। ਜਦੋਂ ਸੰਤ ਸਾਰੇ ਚਲੇ ਗਏ, ਉੱਠ ਕੇ ਫਿਰ ਬੜੇ ਪਛਤਾਏ, ਅਚਰਜ ਹੋਏ ਵੀ ਇਹ ਕੀ ਹੋ ਗਿਆ, ਵੇਖਿਆ ਨਹੀਂ ਗਿਆ। ਸਮੁੰਦਰ ਦੇ ਕਿਨਾਰੇ ਜਾ ਕੇ ਬੈਠ ਗਏ। ਉੱਥੇ ਫਿਰ ਅਚਰਜ ਕੌਤਕ ਵੇਖਿਆ ਵੀ ਸਮੁੰਦਰ 'ਚ ਮੀਂਹ ਪੈ ਰਿਹਾ ਅਤੇ ਆਸੇ ਪਾਸੇ ਕਿਤੇ ਮੀਂਹ ਨਹੀਂ ਹੈ। ਇਹ ਕੁਝ ਵੇਖ ਕੇ ਫਿਰ ਹੀ ਖੁਦਾ ਨੂੰ ਕਿਹਾ ਵੀ ਖੁਦਾ ਤੂੰ ਨਿਆਰਾ ਹੀ ਹੈ, ਤੇਰੇ ਕੰਮ ਵੱਖਰੇ ਹੀ ਹੈ ਵੀ ਜਿੱਥੇ ਪਾਣੀ ਦੀ ਲੋੜ ਨਹੀਂ ਹੈ ਉੱਥੇ ਤੂੰ ਹੋਰ ਪਾਣੀ ਪਾਈ ਜਾ ਰਿਹਾ। ਸਮੁੰਦਰ 'ਚ ਪਾਣੀ ਤਾਂ ਪਹਿਲਾਂ ਹੀ ਬਹੁਤ ਹੈ, ਬਾਹਰ ਪਾਣੀ ਨਹੀਂ ਹੈਗਾ, ਉੱਥੇ ਤੂੰ ਪਾਣੀ ਨਹੀਂ ਪਾ ਰਿਹਾ। ਵੀ ਇਹ ਕਿਹੋ ਜਿਹਾ ਕੰਮ ਹੈ, ਉਲਟੀ ਰੀਤੀ ਕਿਉਂ ਕੀਤੀ ਖੁਦਾ ਤੂੰ। ਅਤੇ ਕਹਿੰਦਿਆਂ ਕਹਿੰਦਿਆਂ ਬਾਰਿਸ਼ ਹਟ ਗਈ। ਮਨ 'ਚ ਥੋੜ੍ਹੀ ਸੂਖਮ ਜਿਹੀ ਹਉਮੈ ਆ ਗਈ ਵੀ ਮੇਰੇ ਕਹਿਣ ਨਾਲ ਹੀ ਸਭ ਕੁਝ ਹੋਈ ਜਾ ਰਿਹਾ, ਜਿਵੇਂ ਮੈਂ ਕਹਿਣਾ ਉਸੇ ਤਰ੍ਹਾਂ ਹੋ ਰਿਹਾ। ਇੱਧਰ ਵਿਚਾਰ ਕੇ ਵੀ ਸ਼ਾਮ ਹੋ ਗਈ। ਫਿਰ ਅੱਜ ਪਹਿਲਾਂ ਜਾ ਕੇ ਵੇਖਣਾ ਉਹ ਸੇਜਾ ਦੇ ਸੰਤ ਕਿੱਧਰੋਂ ਆਉਂਦੇ। ਜਦੋਂ ਗਏ ਤੇ ਜਾਂਦਿਆਂ ਨੂੰ ਫਿਰ ਵੇਖਿਆ ਸੰਤ ਉੱਥੇ ਹੀ। ਫਿਰ ਇਹ ਅਚਰਜ ਹੋ ਕੇ ਉਸੇ ਕੱਲ੍ਹ ਵਾਲੇ ਸੰਤ ਕੋਲ ਜਾ ਬੈਠੇ ਪਾਸ। ਉਸੇ ਵੇਲੇ ਫਿਰ ਕੱਲ੍ਹ ਦੀ ਤਰ੍ਹਾਂ ਹੀ ਥਾਲ ਜਿਹੜੇ ਆ ਕੁਦਰਤ ਵੱਲੋਂ ਭੋਜਨ ਦੇ ਉਤਰੇ। ਇਹ ਜਲਾਲਦੀਨ ਪੀਰ ਨੂੰ ਫਿਰ ਥਾਲ ਨਹੀਂ ਮਿਲਿਆ। ਉਹ ਮਹਾਤਮਾ ਫਿਰ ਆਪਣੇ ਮੁਖੀ ਸੰਤ ਕੋਲ ਗਿਆ। ਉੱਥੇ ਜਾ ਕੇ ਗਿਆ, ਮਹਾਤਮਾ ਜੀ ਸੰਤ ਜੀ ਅੱਜ ਤਾਂ ਫਿਰ ਬੜੀ ਅਚਰਜ ਗੱਲ ਹੋ ਗਈ ਹੈ। ਅੱਜ ਫਿਰ ਭੋਜਨ ਦਾ ਥਾਲ ਖੁਦਾ ਵੱਲੋਂ ਮੈਨੂੰ ਆ ਗਿਆ, ਉਸ ਪੀਰ ਨੂੰ ਫਿਰ ਨਹੀਂ ਆਇਆ। ਇਹ ਕੀ ਗੱਲ ਹੈ? ਕਹਿੰਦੇ ਵੀ ਤੂੰ ਸਾਡੇ ਕੋਲ ਬੁਲਾ ਕੇ ਲਿਆ। ਜਦੋਂ ਕੋਲ ਸੱਦਿਆ, ਆਪੋ ਵਿੱਚ ਹੀ ਨਮਸਕਾਰਾਂ ਕੀਤੀਆਂ। ਫਿਰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ, ਅਤੇ ਤੂੰ ਵੀ ਪੀਰ ਕਿਹੜਾ ਅਪਰਾਧ ਗੁਨਾਹ ਕੀਤਾ ਹੈ ਜਿਹਦੇ ਕਰਕੇ ਖੁਦਾ ਤੇਰੇ 'ਤੇ ਨਾਰਾਜ਼ ਹੋਇਆ ਅਤੇ ਤੈਨੂੰ 2 ਦਿਨ ਹੋ ਗਏ ਭੁੱਖਿਆਂ ਰੱਖਿਆ ਹੈ, ਤੂੰ ਭੁੱਖਾ ਹੀ। ਕਹਿੰਦੇ ਮੈਂ ਤਾਂ ਕੋਈ ਗੁਨਾਹ ਨਹੀਂ ਕੀਤਾ ਹੈ। ਹਾਂ ਉਪਕਾਰ ਜ਼ਰੂਰ ਕੀਤਾ ਹੈ ਕਿ ਕੱਲ੍ਹ ਜਹਾਜ਼ ਡੁੱਬਦਾ ਸੀ, ਉਹ ਬਚਾਇਆ ਹੈ। ਅੱਜ ਕਹਿੰਦੇ ਵੀ ਜਿਹੜਾ ਲੋਕ ਫਿਰ ਬਾਰਿਸ਼ ਪੈ ਰਹੀ ਸਮੁੰਦਰ ਵਿੱਚ, ਉਹ ਮੈਂ ਰੋਕੀ ਹੈ ਵੀ ਖੁਦਾ ਤੂੰ ਇਹ ਕੀ ਕਰਦਾ ਹੈ। ਇਸ ਤਰ੍ਹਾਂ ਕਹਿੰਦੇ ਆ ਵੀ ਮੈਂ ਤਾਂ ਉਪਕਾਰ ਹੀ ਕੀਤੇ, ਗੁਨਾਹ ਕੋਈ ਨਹੀਂ ਕੀਤਾ। ਉਹ ਸਵਾਮੀ ਮਹਾਤਮਾ ਕਹਿਣ ਲੱਗੇ ਵੀ ਉਹ ਪੀਰ ਤੂੰ ਕਾਹਦਾ ਹੈ, ਤੂੰ ਤਾਂ ਬੇਮੁਖ ਹੈ, ਖੁਦਾ ਵੱਲੋਂ ਪਰਮੇਸ਼ਰ ਵੱਲੋਂ ਮਨਮੁਖ ਹੈ। ਵੀ ਅਸੀਂ ਖੁਦਾ ਪਰਮੇਸ਼ਰ ਦੀ ਰਜ਼ਾ ਵਿੱਚ ਹੁਕਮ ਵਿੱਚ ਰਹਿੰਦੇ ਹਾਂ, ਤੂੰ ਹੁਕਮ ਮੋੜਦਾ ਹੈ। ਇੱਥੇ ਰਹਿਣ ਲਈ ਤੇਰੇ ਲਈ ਕੋਈ ਥਾਂ ਨਹੀਂ, ਤੂੰ ਨਿਕਲ ਜਾ ਹੁਣੇ ਹੁਣੇ। ਇਹ ਕਹਿਣ ਲੱਗੇ ਵੀ ਸੰਤ ਬਹਾਵਲਦੀਨ ਜਿਹੜੇ ਜਲਾਲਦੀਨ ਪੀਰ ਕਹਿਣ ਲੱਗੇ ਵੀ ਮਹਾਤਮਾ ਜੀ ਮੈਂ ਕਿਹੜੀ ਵੱਗਿਆ ਕੀਤੀ ਹੈ, ਤੁਸੀਂ ਕਹਿੰਦੇ ਵੀ ਮੈਂ ਬੇਮੁਖ ਹਾਂ, ਤੂੰ ਨਿਕਲ ਜਾ। ਕੀ ਕੀਤਾ ਹੈ ਮੈਂ, ਤੁਸੀਂ ਦੱਸੋ ਤਾਂ ਸਹੀ ਖੋਲ੍ਹ ਕੇ। ਉਹ ਕਹਿਣ ਲੱਗੇ ਆ ਵੀ ਵੇਖੋ ਜਲਾਲਦੀਨ ਜੀ, ਜਿਹੜੇ ਉਸ ਪਰਮਾਤਮਾ ਦਾ ਭਾਣਾ ਮੰਨਦੇ ਆ, ਹੁਕਮ ਮੰਨਦੇ, ਉਹ ਗੁਰਮੁਖ ਹੁੰਦੇ। ਜਿਹੜੇ ਉਹਦਾ ਭਾਣਾ ਨਹੀਂ ਮੰਨਦੇ, ਹੁਕਮ ਤੋੜਦੇ ਆ, ਉਹ ਮਨਮੁਖ ਲੋਕ ਹੁੰਦੇ ਆ। ਤੂੰ ਉਹ ਬੇਮੁਖ ਹੈ। ਇਹ ਸੁਣ ਕੇ ਤੇ ਪੀਰ ਕੰਬ ਉੱਠਿਆ। ਫਿਰ ਕਿਹਾ ਵੀ ਸੰਤ ਜੀ ਤੁਸੀਂ ਨੇ ਬੜੀ ਕਿਰਪਾ ਕੀਤੀ ਹੈ। ਮੇਰੇ ਸਥਾਨ 'ਤੇ ਇੱਕ ਦਰਵੇਸ਼ ਭਾਵ ਗੁਰੂ ਨਾਨਕ ਸਾਹਿਬ ਆਏ ਹੈ। ਉਹਨਾਂ ਦੇ ਇੱਕ ਸ਼ਬਦ ਸੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਮੈਂ ਉਹਦਾ ਮਾਇਨਾ ਪੁੱਛਣ ਲਈ ਮੱਕੇ ਜਾ ਰਿਹਾ ਸਾਂ, ਤੁਸੀਂ ਚੰਗਾ ਹੀ ਮੈਨੂੰ ਉੱਤਰ ਦੇ ਦਿੱਤਾ ਹੈ।
ਹੁਣ ਮੈਨੂੰ ਮੱਕੇ ਜਾਣ ਦੀ ਜ਼ਰੂਰਤ ਨਹੀਂ ਹੈ। ਅਤੇ ਮੈਂ ਸਮਝ ਗਿਆ ਵੀ ਜਿਹੜੇ ਗੁਰਮੁਖ ਭਾਣਾ ਮੰਨਦੇ ਉਹ ਗੁਰਮੁਖ ਹੈ, ਜਿਹੜੇ ਨਹੀਂ ਮੰਨਦੇ ਉਹ ਮਨਮੁਖ ਹੈ। ਇਸ ਕਰਕੇ ਵੀ ਮੈਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਬੜਾ ਅਗਿਆਨੀ ਹਾਂ, ਬੇਮੁਖ ਹਾਂ, ਪਰਮੇਸ਼ਰ ਖੁਦਾ ਤੋਂ ਆਪਣੇ ਆਪ ਨੂੰ ਵੱਡਾ ਸਮਝਦਾ ਸਾਂ। ਬੜੀ ਗਲਤੀ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਵੇਂ ਸੁਣ ਕੇ ਨਾਮ, ਉਹ ਸੰਤ ਕਹਿਣ ਲੱਗੇ ਵੀ ਉਹ ਜਿਹੜੇ ਗੁਰੂ ਨਾਨਕ ਸਾਹਿਬ ਦਰਵੇਸ਼ ਬੜੇ ਮਹਾਨ ਹੈ, ਤੂੰ ਉਹਨਾਂ ਕੋਲ ਚਲਿਆ ਜਾ ਉੱਥੇ ਅਤੇ ਉਹਨਾਂ ਜਾ ਕੇ ਸੇਵਾ ਕਰ। ਐਵੇਂ ਨਾ ਸਮਝੀ ਕੁਝ। ਗੁਣਾਂ ਦੀ ਖਾਣ ਹੈ, ਖੁਦਾ ਰੂਪ ਹੈ, ਪਰਿਪੂਰਨ ਹੈ, ਕਰਤਾ ਪੁਰਖ ਹੈ। ਐਵੇਂ ਵਡਿਆਈ ਸੁਣੀ। ਜਿਹੜੇ ਜਲਾਲਦੀਨ ਪੀਰ ਜੀ ਨੇ ਉਸੇ ਵੇਲੇ ਕਹਿੰਦੇ ਜਦੋਂ ਆਪਣੀ ਗਲਤੀ ਮੰਨੀ ਹੈ, ਪਰਮਾਤਮਾ ਵੱਲੋਂ ਹੀ ਭੋਜਨ ਦਾ ਥਾਲ ਉਤਰਿਆ, ਉਹ ਛਕਿਆ, ਰਾਤ ਬਤੀਤ ਕੀਤੀ। ਦਿਨ ਜਦੋਂ ਚੜ੍ਹਿਆ ਹੈ, ਇੱਛਾ ਕੀਤੀ ਵਾਪਸ ਆਉਣ ਦੀ। ਵਾਪਸ ਆ ਕੇ ਜਹਾਜ਼ ਵਿੱਚ ਚੜ੍ਹ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਕਿਹਾ ਵੀ ਆਪ ਜੀ ਦੇ ਖੁਦਾ ਹੀ ਹੋ ਗੁਰੂ ਨਾਨਕ ਸਾਹਿਬ ਜੀ। ਅਤੇ ਮਹਾਰਾਜ ਨੇ ਪੁੱਛਿਆ ਵੀ ਤੁਸੀਂ ਜਿਹੜੇ ਸਾਡੇ ਸ਼ਬਦ ਦਾ ਅਰਥ ਲੈਣ, ਮਾਇਨਾ ਲੈਣ ਗਏ ਸੀ ਮੱਕੇ, ਉਹ ਕੀ ਮਿਲ ਗਿਆ ਹੈ? ਉਹ ਕਿਵੇਂ ਹੱਡ ਬੀਤੀ ਹੈ, ਸੁਣਾਓ। ਉਹ ਸਾਰਾ ਕੁਝ ਹੀ ਫਿਰ ਸੁਣਾਇਆ ਅਤੇ ਕਿਹਾ ਵੀ ਮਹਾਰਾਜ ਤੁਹਾਡੇ ਮਿਲਣ ਕਰਕੇ ਹੀ ਮੈਨੂੰ ਗਿਆਤ ਹੋਈ ਹੈ, ਨਹੀਂ ਤਾਂ ਮੈਂ ਤਾਂ ਅਗਿਆਨੀ ਸਾਂ, ਬੇਸਮਝ ਸਾਂ, ਆਪਣੇ ਆਪ ਨੂੰ ਵੱਡਾ ਸਮਝਦਾ ਸੀ। ਮੈਨੂੰ ਨਹੀਂ ਸੀ ਪਤਾ ਕਿ ਜਿਹੜੇ ਪਰਮੇਸ਼ਰ ਦਾ ਹੁਕਮ ਮੰਨਦੇ ਆ, ਭਾਣਾ ਮੰਨਦੇ ਆ, ਉਹ ਗੁਰਮੁਖ ਹੁੰਦੇ ਆ। ਜਿਹੜੇ ਨਹੀਂ ਮੰਨਦੇ ਉਹ ਮਨਮੁਖ ਹੁੰਦੇ ਆ। ਮੈਂ ਤਾਂ ਇਵੇਂ ਘੁੱਪ ਹਨੇਰੇ 'ਚ ਫਿਰਦਾ ਰਿਹਾ। ਇਵੇਂ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਕਰਕੇ ਉਪਦੇਸ਼ ਦੇ ਕੇ ਜਲਾਲਦੀਨ ਪੀਰ ਜੀ ਨੂੰ ਜਿਹੜਾ ਹੈ ਗੁਰਮੁਖਤਾਈ ਬਖਸ਼ਿਸ਼ ਕੀਤੀ। ਅਤੇ ਸਾਧ ਸੰਗਤ ਜੀ, ਗੁਰਬਾਣੀ ਦਾ ਬਚਨ ਗੁਰਮੁਖ ਹੋਵੈ ਸੋ ਭਾਣਾ ਮੰਨੈ। ਜਿਹੜੇ ਗੁਰਮੁਖ ਹੁੰਦੇ ਉਹ ਪਰਮੇਸ਼ਰ ਦਾ ਭਾਣਾ ਮੰਨਦੇ ਹੈ। ਇਸੇ ਤਰ੍ਹਾਂ ਦੋ ਭਰਾ ਸਨ, ਜੁੜਵੇ ਪੈਦਾ ਹੋਏ ਪਿਛਲੇ ਕਰਮਾਂ ਕਰਕੇ ਹੀ। ਉਹ ਦੋ ਭਰਾ ਪੈਦਾ ਹੋਏ ਅਤੇ ਉਹ ਰੱਬ ਵੱਲੋਂ ਉਹਨਾਂ ਦੋਵਾਂ ਦੇ ਸਰੀਰ ਜੁੜੇ ਹੋਏ ਸਨ, ਜੋੜੇ ਸਨ। ਪਿੱਠਾਂ ਜੁੜੀਆਂ ਹੋਈਆਂ ਸੀ, ਇੱਕ ਦਾ ਮੂੰਹ ਖੱਬੇ ਪਾਸੇ, ਇੱਕ ਦਾ ਸੱਜੇ ਪਾਸੇ। ਉਹ ਸਰੀਰ ਜੁੜੇ ਹੋਏ ਅਤੇ ਇੱਕ ਉਹਨਾਂ 'ਚੋਂ ਭਲਾ ਸੀ, ਗੁਰਮੁਖ ਸੀ ਦੋਵੇਂ ਭਰਾ, ਇੱਕ ਮਨਮੁਖ ਸੀ। ਇੱਕ ਜਿਹੜਾ ਮਨਮੁਖ ਉਹ ਤਾਂ ਬਹੁਤ ਗਾਲਾਂ ਕੱਢਿਆ ਕਰੇ ਰੱਬ ਨੂੰ, ਕਹਿੰਦਾ ਉਹ ਰੱਬਾ ਤੂੰ ਸਾਡੇ ਨਾਲ ਕੀ ਕੀਤਾ ਈ, ਸਾਨੂੰ ਦੋਵਾਂ ਨੂੰ ਤੂੰ ਜੋੜ ਕੇ ਰੱਖ ਦਿੱਤਾ ਯਾਰ, ਤੂੰ ਨਾ ਹੀ ਜਨਮ ਦਿੰਦਾ। ਬਹੁਤ ਗਾਲਾਂ ਕੱਢਿਆ ਕਰੇ। ਜਿਹੜਾ ਗੁਰਮੁਖ ਸੀ ਉਹਨੂੰ ਸਮਝਾਇਆ ਕਰੇ ਵੀ ਵੇਖ ਭਰਾ, ਉਹ ਪਰਮਾਤਮਾ ਜੋ ਕਰਦਾ ਭਲਾ ਹੀ ਕਰਦਾ ਹੈ। ਸਾਡੇ ਪਿਛਲੇ ਕਰਮਾਂ ਦਾ ਕੋਈ ਫਲ ਹੋਊਗਾ। ਚੱਲ ਜੇ ਜੁੜ ਗਏ ਹਾਂ ਕੋਈ ਗੱਲ ਨਹੀਂ, ਹੁਣ ਬੰਦਗੀ ਕਰ ਲਈਏ, ਕਿਤੇ ਗਾਂਹ ਐਸਾ ਸਮਾਂ ਬਾਣਾ ਹੈ। ਇਸ ਕਰਕੇ ਤੂੰ ਗਾਲ ਨਾ ਕੱਢ। ਉਹਦੇ ਪਰਮਾਤਮਾ ਸਭ ਦਾ ਭਲਾ ਹੀ ਕਰਦਾ ਹੈ। ਸਾਡਾ ਵੀ ਭਲਾ ਹੀ ਕੀਤਾ ਉਸਨੇ, ਸਾਨੂੰ ਬੰਦਗੀ ਕਰਨੀ ਚਾਹੀਦੀ ਹੈ। ਅੱਗੇ ਨਾ ਦੁੱਖ ਪਾਉਣਾ ਪਵੇ, ਸਿਮਰਨ ਉਹਦਾ ਕਰੀਏ। ਉਹ ਮਨਮੁਖ ਕਹਿੰਦਾ ਆਂਦਾ ਓਏ ਇਹ ਤੋਂ ਵੱਧ ਕੀ ਕਰੂਗਾ ਉਹ, ਅੱਗੇ ਦੋਵਾਂ ਨੂੰ ਜੋੜਤਾ, ਹੁਣ ਸਾਡੀ ਕੀ ਲੱਤ ਭੰਨੂਗਾ, ਅੱਗੇ ਥੋੜ੍ਹੇ ਦੁਖੀ ਹੈ। ਇਹ ਉਹ ਹਟਿਆ ਨਹੀਂ ਗਾਲਾਂ ਕੱਢਣੋਂ। ਇੱਕ ਦਿਨ ਪਰਮਾਤਮਾ ਦੀ ਦੇਵਨੈਤ ਵਰਤ ਗਈ। ਜਿਹੜਾ ਗੁਰਮੁਖ ਸੀ ਉਹਦਾ ਸਰੀਰ ਛੁੱਟ ਗਿਆ, ਉਹ ਵਿਚਾਰਾ ਚੜ੍ਹਾਈ ਕਰ ਗਿਆ। ਉਹਦੀ ਆਤਮਾ ਪਰਮਾਤਮਾ ਦਾ ਭਾਣਾ ਮੰਨਣੇ ਕਰਕੇ, ਹੁਕਮ ਮੰਨਣੇ ਕਰਕੇ ਜਿਹੜੀ ਹੈ ਉਹ ਸੱਚਖੰਡ ਜਾ ਵਰਾਜੀ। ਹੁਣ ਦੋਵਾਂ ਦੇ ਸਰੀਰ ਜੁੜੇ ਹੋਏ ਸੀ ਅਤੇ ਉਹ ਇੱਕ ਨੂੰ ਸਾੜ ਨਹੀਂ ਸੀ ਸਕਦੇ, ਕਿਉਂਕਿ ਜਦੋਂ ਪਿੱਠਾਂ ਹੀ ਦੋਵਾਂ ਦੀ ਜੁੜੀਆਂ, ਇਹ ਸੰਸਕਾਰ ਕਿਵੇਂ ਹੋਵੇ। ਉਹ ਜਿਹੜਾ ਗਾਲਾਂ ਕੱਢਦਾ ਸੀ ਫਿਰ ਉਹਨੂੰ ਨਾਲ ਨਾਲ ਹੀ ਧੂਈ ਫਿਰੇ ਮਰੇ ਨੂੰ। ਇੱਕ ਤਾਂ ਭਾਰ, ਮਰੇ ਸਰੀਰ ਦੀ ਕਿਰਿਆ ਹਟ ਜਾਂਦੀ ਤਾਂ ਉਹਦੇ ਵਿੱਚੋਂ ਬੋ ਵੀ ਆਉਣੀ ਹੈ। ਉਹ ਦਿਨ ਬੇ ਦਿਨ ਮਰੇ ਹੋਏ ਭਰਾ ਦੇ ਸਰੀਰ ਵਿੱਚ ਜਿਹੜੇ ਬੋ ਆਉਣੀ ਸ਼ੁਰੂ ਹੋ ਗਈ। ਇਹ ਸਰੀਰ ਨਾਲ ਨਾਲ ਧੂਈ ਫਿਰੇ ਅਤੇ ਨਾਲੇ ਵਿਚਾਰਾ ਇਹ ਬੜਾ ਰੋਵੇ। ਹੁਣ
ਹੁਣ ਨਾ ਇਹਦੀ ਜਾਨ ਨਿਕਲੇ, ਨਾ ਜਿਹੜਾ ਜੁੜਿਆ ਹੋਇਆ ਉਹਦਾ ਸੰਸਕਾਰ ਹੀ ਹੋਵੇ, ਕਰੇ ਕੀ? ਫਿਰ ਬੜਾ ਰੋਇਆ ਕਰੇ ਅਤੇ ਪਛਤਾਵਾ ਕਰੇ ਵੀ ਕਾਹਨੂੰ ਗਾਲਾਂ ਕੱਢਣੀਆਂ ਸੀ। ਇਸ ਕਰਕੇ ਜਿਹੜੇ ਗੁਰਮੁਖ ਸਾਧ ਸੰਗਤ ਜੀ ਉਹ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਪਾਰ ਉਤਾਰਾ ਕਰ ਲੈਂਦੇ ਆ। ਸਾਡੇ ਵਰਗੇ ਮਨਮੁਖ ਹੁਕਮ ਕਰਹਿ ਮੂਰਖ ਗਾਵਾਰ, ਹੁਕਮ ਕਰਦੇ ਗੁਰੂ ਤੇ ਪਰਮਾ, ਉਹ ਤੂੰ ਆ ਕੀ ਕੀਤਾ, ਤੂੰ ਚੰਗੀ ਨਹੀਂ ਕੀਤੀ, ਤੂੰ ਮਾੜੀ ਕੀਤੀ ਹੈ, ਤੈਨੂੰ ਚਾਹੀਦਾ ਨਹੀਂ ਸੀ। ਆ ਕਈ ਤੇ ਮਾਈਆਂ ਗਾਲਾਂ ਕੱਢੀ ਜਾਣਗੀਆਂ, ਕੋਈ ਗੱਲ ਹੋ ਜੀ ਹੋ ਜੇ ਨਾ, ਉਹ ਰੱਬ ਨੂੰ ਰੱਬਾ ਕੰਜਰਾ ਕਈ ਕੁਝ ਕਹੀ ਜਾਣਗੀਆਂ। ਉਹ ਪਰਮਾਤਮਾ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਉਹ ਸੱਚੇ ਪਾਤਸ਼ਾਹ ਦੇ ਭਲਾ ਕਰਦਾ, ਪਰ ਲੋਕ ਗਾਲਾਂ ਕੱਢਦੇ ਆ। ਮਨਮੁਖਤਾਈ ਕਰਕੇ ਸਾਧ ਸੰਗਤ ਜੀ ਦੁੱਖ ਹੁੰਦਾ। ਸਾਨੂੰ ਪਿੰਗਲਵਾੜਿਆਂ ਜਾ ਕੇ ਵੇਖਣਾ ਚਾਹੀਦਾ। ਕਈਆਂ ਦੇ ਲੱਤਾਂ ਨਹੀਂ ਹੈਗੀਆਂ, ਕਈਆਂ ਦੇ ਅੱਖਾਂ ਨਹੀਂ ਹੈਗੀਆਂ, ਉਹ ਵੀ ਤਾਂ ਦਿਨ ਕੱਟਦੇ ਹੀ ਹੈ। ਸਾਨੂੰ ਤਾਂ ਪਰਮਾਤਮਾ ਨੇ ਨਵਾਂ ਨਰੋਆ ਸੋਹਣਾ ਸਰੀਰ ਦਿੱਤਾ ਹੈ। ਕਈ ਹਸਪਤਾਲਾਂ 'ਚ ਪਏ ਨੂੰ ਨਾਲੀਆਂ ਲੱਗੀਆਂ ਅਤੇ ਕਈਆਂ ਨੂੰ ਸਾਹ ਦੀਆਂ ਨਾਲੀਆਂ ਲੱਗੀਆਂ, ਬੁਰੇ ਹਾਲ, ਕਈ ਤਰ੍ਹਾਂ ਦੀ ਬਿਮਾਰੀਆਂ ਲੱਗੀਆਂ। ਪਰਮੇਸ਼ਰ ਦਾ ਸ਼ੁਕਰਾਨਾ ਹੀ ਕਰੀਏ, ਮਾਲ ਨੇ ਜੋ ਦਿੱਤਾ ਉਹਦੇ ਵਿੱਚ ਸਹੀ ਰਹੀਏ। ਮਰਨਾ ਮੁੱਲਾ ਮਰਨਾ, ਭੀ ਕਰਤਾਰ ਹੋਂ ਡਰਨਾ। ਪਰਮਾਤਮਾ ਤੋਂ ਡਰੀਏ ਭਾਈ। ਉਹ ਤੇ ਕਹਿੰਦੇ ਏਕ ਭੀ ਨਾ ਦੇ 10 ਭੀ ਹਿਰ ਲੈ, ਤਾਂ ਮੂੜਾ ਕਹੋ ਕਹਾ ਕਰੇ। ਇੱਕ ਵੀ ਕਹਿੰਦੇ ਉਹ ਕਿ ਇੱਕ ਦਾਤ ਨਾ ਦੇਵੇ, ਇੱਕ ਜਾਂਦੀ ਹੈ ਅਤੇ ਅਸੀਂ ਰੋਂਦੇ ਹਾਂ। ਜੇ ਉਹ 10 ਖੋਹ ਲਵੇਗਾ ਤਾਂ ਕੀ ਕਰ ਲਵਾਂਗੇ ਉਹਨੂੰ? ਕੁਝ ਕਰ ਸਕਦੇ, ਕੁਝ ਨਹੀਂ ਕਰ ਸਕਦੇ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਖੋਟ ਗਵਾਵੈ। ਅਸੀਂ ਕਈ ਕੰਮ ਆਪਣੇ ਸਵਾਰ ਲੈਂਦੇ ਗੁਰੂ ਘਰੋਂ ਹੱਥ ਜੋੜ ਕੇ। ਇੱਕ ਵਿਗੜ ਜਾਏ ਅਤੇ ਬਸ ਰੱਬ ਨੂੰ ਗਾਣਾ, ਹੁਣ ਨਹੀਂ ਜਾਣਾ, ਹੁਣ ਤਾਂ ਜਾਵਾਂਗੇ ਦੀਵੇ ਜਗਾਵਾਂਗੇ, ਗੁਰਦੁਆਰੇ ਕੀ ਰੱਖਿਆ ਹੈ। ਐਵੇਂ ਲੋਕ ਇਹੋ ਜਿਹੀਆਂ ਗੱਲਾਂ ਕਰਦੇ, ਉਹਦੇ ਕਰਕੇ ਦੁੱਖ ਹੈ। ਅਸੀਂ ਕਹਿੰਦੇ ਸਾਨੂੰ ਦਿੱਤਾ ਹੀ ਕੀ ਮਹਾਰਾਜ ਨੇ? ਸਾਧ ਸੰਗਤ ਜੀ ਜਨਮ ਦੇ ਦਿੱਤਾ ਹੈ, ਜਨਮ ਦੇ ਦਿੱਤਾ ਹੈ, ਸਰੀਰ ਲੈ ਲਿਆ ਹੈ, ਜ਼ਿੰਦਗੀ ਵੇਖ ਰਹੇ ਹਾਂ, ਅੱਖਾਂ ਨਾਲ ਦੇਖ ਰਹੇ। ਅੱਖਾਂ ਦੀ ਕੋਈ ਕੀਮਤ ਨਹੀਂ ਹੈ। ਜਿਹੜਾ ਉਸਨੇ ਸਰੀਰ ਦੇ ਦਿੱਤਾ ਉਹਦੀ ਕੋਈ ਕੀਮਤ ਨਹੀਂ ਹੈ। ਉਹਦੇ ਅੰਦਰ ਜਿਹੜੀ ਉਹਦੇ ਸਵਾਸ ਪਾ ਦਿੱਤੇ ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਅਤੇ ਅਸੀਂ ਪਰਮੇਸ਼ਰ ਕੋਲ ਹੋਰ ਕੀ ਮੰਗਦੇ ਹਾਂ? ਉਹ ਪਾਣੀ ਦਿੱਤਾ ਉਹਦੀ ਕੋਈ ਕੀਮਤ ਨਹੀਂ ਹੈ। ਕਿੰਨਾ ਡੋਲਦੇ ਹਾਂ ਰੋਜ਼, ਅਸੀਂ ਨਹਾਉਣ ਲੱਗੇ ਹਾਂ, ਪੀਣ ਲੱਗੇ ਹਾਂ, ਕਈ ਥਾਵਾਂ 'ਤੇ ਜਾਂਦੇ ਹਾਂ। ਉਹਦਾ ਦਿੱਤਾ ਖਾਣ ਡੇ ਹਾਂ, ਸ਼ਾਮ ਨੂੰ ਪੇਟ ਭਰਨ ਡੇ ਹਾਂ, ਹਜੇ ਕਹਿੰਦੇ ਦਿੱਤਾ ਹੀ ਕੱਖ ਨਹੀਂ ਹੈ। ਬੰਦਗੀ ਸਾਡੀ ਕੋਈ ਨਹੀਂ ਹੈ, ਸਿਮਰਨ ਸਾਡਾ ਕੋਈ ਨਹੀਂ ਹੈ, ਅਤੇ ਪਰਮਾਤਮਾ ਨੂੰ ਲਾਮੇ 'ਤੇ ਲਾਮਾ ਮਾਰੀ ਜਾਂਦੇ ਹਾਂ। ਹੁਕਮ ਕਰਿਆ ਮੂਰਖ ਗਵਾਰ, ਅਸੀਂ ਮੂਰਖ ਗਵਾਰ ਬੇਸਮਝ ਲੋਕ ਹਾਂ। ਮਨਮੁਖਤਾਈ ਛੱਡ ਕੇ ਸਾਧ ਸੰਗਤ ਜੀ ਗੁਰਮੁਖਤਾਈ ਧਾਰਨ ਕਰਨੀ ਚਾਹੀਦੀ ਹੈ। ਗੁਰੂ ਦੀ ਕਿਰਪਾ ਨਾਲ ਉਹਦਾ ਸ਼ੁਕਰਾਨਾ ਕਰੀਏ। ਜਿਸ ਠਾਕਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਜਿਹਦੇ ਅੱਗੇ ਜ਼ੋਰ ਨਹੀਂ ਹੈ ਭਾਈ, ਉੱਥੇ ਮੱਥਾ ਹੀ ਟੇਕਣਾ ਚੰਗਾ। ਗੁਰੂ ਅੱਗੇ ਕਾਹਦਾ ਜ਼ੋਰ? ਸ਼ੁਕਰ ਕਰਾਂਗੇ, ਮੱਥਾ ਟੇਕਾਂਗੇ ਅਤੇ ਪਰਮਾਤਮਾ ਸਭ ਕੁਝ ਕਰਦਾ ਹੈ। ਇਵੇਂ ਮਨਮੁਖਤਾਈ ਨੂੰ ਦੂਰ ਕਰਕੇ ਰਹਿਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਜਲਾਲਦੀਨ ਪੀਰ ਨੂੰ ਇਹੀ ਸਿੱਖਿਆ ਦਿੱਤੀ ਹੈ ਵੀ ਜਿਹੜੇ ਭਾਈ ਗੁਰਮੁਖ ਨਾਦੰ, ਜਿਹੜੇ ਗੁਰੂ ਮੁਖ ਦੁਆਰਾ ਨਾਦੰ ਕਈ ਉਪਦੇਸ਼ ਲੈ ਕੇ ਜੁੜਦੇ ਹੈ, ਉਹ ਗੁਰਮੁਖ ਵੇਦੰ ਗੁਰੂ ਦੁਆਰਾ ਗਿਆਨ ਲੈ ਕੇ ਅਤੇ ਉਹ ਵੇਦੰ ਬ੍ਰਹਮ ਗਿਆਨ ਵਿੱਚ ਜੁੜਦੇ ਆ, ਅਤੇ ਗੁਰਮੁਖ ਰਿਹਾ ਸਮਾਈ, ਉਹ ਫਿਰ ਉਹਦੇ ਵਿੱਚ ਸਮਾਏ ਰਹਿੰਦੇ ਆ। ਇਹ ਉਪਦੇਸ਼ ਸਤਿਗੁਰੂ ਜੀ ਨੇ ਉਹ ਪ੍ਰਸੰਗਾਂ ਦੇ ਰਾਹੀਂ ਬਖਸ਼ਿਸ਼ ਕੀਤਾ ਸੀ। ਅੱਗੇ ਜਿਵੇਂ ਗੁਰੂ ਸਾਹਿਬ ਜੀ ਦੀ ਜੋ ਬਾਬਾ ਸ਼ੇਖ ਫਰੀਦ ਜੀ ਹੈ, ਉਹਨਾਂ ਦੀ ਗੱਦੀ ਨਸ਼ੀਨ ਜੋ ਗੱਦੀ 'ਤੇ ਸਨ ਸ਼ੇਖ ਬ੍ਰਹਮ, ਉਹਨਾਂ ਦੇ ਨਾਲ ਜਿਵੇਂ ਬਚਨ ਵਿਲਾਸ ਗੁਰੂ ਨਾਨਕ ਸਾਹਿਬ ਜੀ ਦੇ ਹੋਏ, ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿਮਰ ਨਾਮ ਸਭ ਕਾਮ ਹੋਇ। ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਵੱਲੋਂ ਮੰਗਲ ਕਰਦੇ ਆ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਦਾ, ਕਿ ਨਾਮ ਦੀ ਕੈਸੀ ਸ਼ਕਤੀ ਹੈ। ਤੇ ਕਹਿ ਰਹੇ ਆ ਅੰਦਰਲੇ ਜੀਵ ਆਤਮਾ ਨੂੰ ਜਾਂ ਮਨ ਨੂੰ, ਜਾਂ ਇਸੇ ਤਰ੍ਹਾਂ ਸਮਝ ਲੈਣਾ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਸਿੱਖ ਜਨ ਭਗਤ ਹਨ, ਉਹਨਾਂ ਨੂੰ ਕਹਿ ਰਹੇ ਇਹ ਗੱਲ ਵੀ ਇਹ ਸਰੋਤਾ ਜਨ, ਇਹ ਜੀਵ ਆਤਮਾ, ਇਹ ਮਨ, ਜੋ ਗੁਰੂ ਦਾ ਬਖਸ਼ਿਆ ਹੋਇਆ ਵਾਹਿਗੁਰੂ ਵਾਹਿਗੁਰੂ ਨਾਮ ਹੈ, ਇਹਨੂੰ ਤੂੰ ਸਿਮਰ। ਸਿਮਰਨ ਕਰਨ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤੇਰੇ ਕਲ ਕਲੇਸ਼ ਵੀ ਮਿਟ ਜਾਣਗੇ, ਸਭ ਕਾਮ ਹੋਵੈ, ਸਾਰੇ ਕੰਮ ਵੀ ਤੇਰੇ ਹੋ ਜਾਣਗੇ। ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹੇ ਜੀਵ ਆਤਮਾ ਜਾਂ ਮਨ ਜਾਂ ਕਥਾ ਸੁਣਨ ਵਾਲੇ ਸਰੋਤੇ ਸਿੱਖ ਜਨ, ਗੁਰੂ ਦਾ ਬਖਸ਼ਿਆ ਹੋਇਆ ਨਾਮ ਸਿਮਰ, ਜਿਸ ਕਰਕੇ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ। ਪੂਰੇ ਕੰਮ ਹੋ ਜਾਣ ਤੇ ਹੁਣ ਨਾ ਜਾਏ ਜਮ ਧਾਮ। ਫਿਰ ਨਾਮ ਦੇ ਨਾਲ ਤੈਨੂੰ ਕੀ ਹੋਰ ਪ੍ਰਾਪਤੀ ਹੋਏਗੀ ਵੀ ਜਿਹੜਾ ਜਮਾਂ ਦੇ ਘਰ ਜਾਣਾ ਨਾ ਮਰ ਕੇ, ਉਹ ਨਹੀਂ ਤੂੰ ਜਾਏਗਾ। ਧਰਮ ਰਾਜੇ ਦੀ ਪੁਰੀ ਵਿੱਚ ਨਹੀਂ ਜਾਏਗਾ, ਜਿੱਥੇ ਸਜ਼ਾ ਬਹੁਤ ਮਿਲਦੀ ਹੈ, ਉੱਥੇ ਵੀ ਨਹੀਂ ਤੂੰ ਜਾਏਗਾ ਜਮਾਂ ਦੇ ਘਰ। ਆਪਨ ਸਰੂਪ ਅਨੂਪ ਕੋ। ਤੇ ਨਾਮ ਦੇ ਨਾਲ ਜਿਹੜਾ ਆਪਣਾ ਸਰੂਪ ਹੈ, ਸਵੈ ਸਰੂਪ ਹੈ, ਜਿਹੜਾ ਪਰਮਾਤਮਾ ਦਾ ਹੀ ਰੂਪ ਹੈ ਆਤਮਾ, ਇਸ ਆਪਣੇ ਸਵੈ ਸਰੂਪ ਅਨੂਪਮ ਜਿਹੜਾ ਸੁੰਦਰ ਹੈ, ਉਸ ਸੁੰਦਰ ਸਰੂਪ ਨੂੰ ਜਾਨ ਲੇਤ ਅਬਰਾਮ। ਜੇ ਤੂੰ ਸੋਹਣੇ ਸੁੰਦਰ ਸਰੂਪ ਆਤਮ ਸਰੂਪ ਨੂੰ ਜਾਣ ਲਵੇਂ, ਪਛਾਣ ਲਵੇਂ, ਤੇ ਹੇ ਜੀਵ ਆਤਮਾ, ਹੇ ਮਨ, ਤੂੰ ਜਮਾਂ ਦੇ ਘਰ ਨਹੀਂ ਜਾਏਗਾ। ਤੇ ਇੱਥੇ ਉੱਥੇ ਲੋਕ ਪਰਲੋਕ ਦੇ ਸਾਰੇ ਪਰਦੇ ਕੱਜੇ ਜਾਣਗੇ, ਸਾਰੇ ਤੇਰੇ ਕੰਮ ਹੋ ਜਾਣਗੇ। ਪਰ ਤੂੰ ਕਰਨਾ ਕੀ ਹੈ? ਨਾਮ ਸਿਮਰਨਾ ਹੈ। ਨਾਮ ਗੁਰੂ ਦੇ ਬਖਸ਼ੇ ਹੋਏ ਵਾਹਿਗੁਰੂ ਵਾਹਿਗੁਰੂ ਨੂੰ, ਹੇ ਜੀਵ ਆਤਮਾ, ਹੇ ਮਨ, ਕਥਾ ਸੁਣਨ ਵਾਲੇ ਸਰੋਤੇ ਸਿੱਖ ਜਨੋ, ਇਸ ਨਾਮ ਨੂੰ ਸਿਮਰੋ ਭਾਈ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਅਕਲਾ ਪਵਿੱਤਰ ਇਤਿਹਾਸ ਸੁਣੀਏ। ਆਗੇ ਗਮਨਾ ਕੀਨ ਸਖਰਾਸਾ। ਐਵੇਂ ਜਲਾਲਦੀਨ ਪੀਰ ਨੂੰ ਨਿਹਾਲ ਸਫਲਾ ਕਰਕੇ, ਗੁਰਮੁਖਤਾਈ ਬਖਸ਼ ਕਰਕੇ, ਜੋ ਸਾਰੇ ਸੁੱਖਾਂ ਦੇ ਖਜ਼ਾਨਾ ਰੂਪ ਹੈ ਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਸ਼ੇਖ ਫਰੀਦ ਪਟਨ ਹੈ ਜਹਵਾ। ਜਿੱਥੇ ਬਾਬਾ ਸ਼ੇਖ ਫਰੀਦ ਜੀ ਦਾ ਪਟਨ ਕਹੀਏ ਸ਼ਹਿਰ ਹੈ, ਇਹ ਪਟਨ ਸ਼ਹਿਰ ਤੇ ਪਾਕ ਪਟਨ ਨਾਮ ਇਹਦਾ ਪੈ ਗਿਆ, ਪਾਕ ਪਟਨ। ਬਾਬਾ ਫਰੀਦ ਜੀ ਦੇ ਰਹਿਣੇ ਕਰਕੇ ਇਹਦਾ ਨਾਮ ਪਾਕ ਪਟਨ ਸ਼ਹਿਰ ਦਾ ਪੈ ਗਿਆ, ਪਾਕ ਪਵਿੱਤਰ ਸ਼ਹਿਰ। ਜੋ ਬਾਬਾ ਸ਼ੇਖ ਫਰੀਦ ਜਿੱਥੇ ਰਹਿੰਦੇ ਸਨ, ਤੇ ਜਿੱਥੇ ਪਾਕ ਪਟਨ ਸ਼ਹਿਰ ਹੈ। ਸ਼ੇਖ ਬ੍ਰਹਮਾ ਤਬ ਬਸਈ ਤਹਵਾ। ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਤੇ ਬਾਬਾ ਸ਼ੇਖ ਫਰੀਦ ਜੀ ਦੀ ਗੱਦੀ ਤੇ ਨਸ਼ੀਨ ਜਾਨਸ਼ੀਨ, ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਜੋ ਸ਼ੇਖ ਬ੍ਰਹਮ ਸੀ, ਉਹ ਉਸ ਵੇਲੇ ਉੱਥੇ ਵਸ ਰਹੇ ਸਨ ਪਾਕ ਪਟਨ ਸ਼ਹਿਰ ਵਿੱਚ।
ਬਾਬਾ ਫਰੀਦ ਜੀ ਦੀ ਗੱਦੀ ਤੇ ਉਹ ਬੈਠੇ ਹੋਏ ਸਨ। ਤਿਹ ਕੇ ਮਿਲਨ ਹੇਤ ਗਤ ਦਾਈ। ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਸ਼ੇਖ ਬ੍ਰਹਮ ਜੀ ਨੂੰ ਮਿਲਣ ਵਾਸਤੇ ਦੋਏ ਕੋਸ ਪਰ ਬੈਠੇ ਜਾਈ। ਪਾਕ ਪਟਨ ਸ਼ਹਿਰ ਤੋਂ ਬਾਰ-ਬਾਰ 2 ਕੋਹ ਉੱਪਰ ਜਾ ਬੈਠੇ। ਸ਼ੇਖ ਬ੍ਰਹਮਾ ਕਾ ਇੱਕ ਮੁਰੀਦ ਤਹ। ਜੋ ਸ਼ੇਖ ਬ੍ਰਹਮ ਪੀਰ ਸੀ ਤੇ ਉਹਨਾਂ ਦੇ ਕਹਿੰਦੇ ਇੱਕ ਮਰੀਦ ਜੋ ਹੈ ਸੀ ਉੱਥੇ। ਆਇਓ ਇੰਦਨ ਚਨਨ ਗੁਰੂ ਜਹਾਂ। ਜਿਸ ਦਾ ਪੁਰਾਤਨ ਜਨਮ ਸਾਖੀ ਵਿੱਚ ਨਾਮ ਕਮਾਲ ਲਿਖਿਆ ਹੋਇਆ ਹੈ। ਕਮਾਲ ਮਰੀਦ ਸੀ ਸ਼ੇਖ ਬ੍ਰਹਮ ਜੀ ਦਾ। ਤੇ ਉਹ ਕਹਿੰਦੇ ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ ਪਾਕ ਪਟਨ ਸ਼ਹਿਰ ਤੋਂ 2 ਕੋ ਬਾਰ-ਬਾਰ ਬੈਠੇ ਹੋਏ, ਉੱਥੇ ਇੱਕ ਕਮਾਲ ਮਰੀਦ ਲੱਕੜਾਂ ਚੁਗਣ ਵਾਸਤੇ ਇਕੱਠੀਆਂ ਕਰਨ ਵਾਸਤੇ ਆਇਆ ਹੋਇਆ ਸੀ। ਸੋ ਦਰਵੇਸ਼ ਖੁਦਾਏ ਪਿਆਰਾ। ਉਹ ਕਮਾਲ ਮਰੀਦ ਬੜਾ ਦਰਵੇਸ਼ ਸੀ, ਰੱਬ ਦਾ ਬੜਾ ਖੁਦਾ ਦਾ ਪਿਆਰਾ ਸੀ। ਹਿਰਦੇ ਬੰਦਗੀ ਕੇਰ ਆਧਾਰਾ। ਜਿਹਦੇ ਹਿਰਦੇ ਵਿੱਚ ਸਿਰਫ ਤੇ ਸਿਰਫ ਪਰਮੇਸ਼ਰ ਦੀ ਬੰਦਗੀ ਦਾ ਰੰਗ ਚੜਿਆ ਹੋਇਆ ਸੀ। ਬੰਦਗੀ ਦਾ ਜਿਹਨੂੰ ਆਸਰਾ ਸੀ। ਇੱਕ ਸਲੋਕ ਤਬ ਪ੍ਰਭੂ ਬਖਾਨਾ। ਇਸ ਕਮਾਲ ਮਰੀਦ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ। ਉੱਚੀ ਧੁਨ ਸ਼ੌਕੀਨ ਗਾਨਾ। ਉੱਚੀ ਧੁਨੀ ਨਾਲ ਮਹਾਰਾਜ ਜੀ ਨੇ ਸ਼ਲੋਕ ਗਾਉਣਾ ਕੀਤਾ, ਮਹਾਰਾਜ ਜੀ ਨੇ ਉਚਾਰਨਾ ਕੀਤਾ। ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਜੋ ਗੁਰਬਾਣੀ ਦਾ ਸ਼ਬਦ ਹੈ, ਹੇ ਪਰਮੇਸ਼ਰ ਤੂੰ ਆਪ ਹੀ ਫੱਟੀ ਹੈ ਤੇ ਆਪ ਹੀ ਤੂੰ ਕਲਮ ਹੈ। ਉੱਪਰ ਲੇਖ ਭੇ ਤੂੰ। ਤੇ ਉੱਪਰ ਜਿਹੜਾ ਕੋਈ ਲੇਖ ਲਿਖਿਆ ਜਾਂਦਾ ਫੱਟੀ ਤੇ ਉਹ ਵੀ ਤੂੰ ਆਪ ਹੀ ਹੈ। ਭਾਵ ਉਹ ਜਿਹੜੀ ਲੱਕੜ ਦੀ ਫੱਟੀ ਹੈ, ਤਖਤੀ ਹੈ, ਉਹ ਵੀ ਮਹਾਰਾਜ ਤੂੰ ਆਪ ਹੀ ਹੈ। ਜਿਸ ਕਲਮ ਦੇ ਦੁਆਰਾ ਫੱਟੀ 'ਤੇ ਲਿਖਿਆ ਜਾਂਦਾ ਹੈ ਤੇ ਜਿਸ ਸ਼ਾਹੀ ਦੇ ਨਾਲ ਉਹ ਕਲਮ ਨੂੰ ਭਰਿਆ ਜਾਂਦਾ ਹੈ, ਉਹ ਸ਼ਾਹੀ ਵੀ ਤੂੰ ਹੈ, ਤੂੰ ਕਲਮ ਵੀ ਆਪ ਹੀ ਹੈ। ਉੱਪਰ ਲੇਖ ਪੇ ਤੂੰ। ਲਿਖਣ ਵਾਲਾ ਜਿਹੜਾ ਉਸ ਦੇ ਫੱਟੀ ਦੇ ਉੱਪਰ ਲਿਖਣ ਵਾਲਾ ਹੈ, ਲਿਖਣਹਾਰਾ, ਤੇ ਜਿਹੜਾ ਲੇਖ ਵੀ ਤੂੰ ਹੈ, ਲਿਖਣ ਵਾਲਾ ਵੀ ਤੂੰ ਹੈ। ਆਪੇ ਪੱਟੀ ਕਲਮ ਆਪ। ਹੇ ਵਾਹਿਗੁਰੂ ਪਰਮੇਸ਼ਰ, ਆਪੇ ਜਿਹੜੇ ਮਸਤਕ ਰੂਪ ਫੱਟੀ ਦੇ ਉੱਪਰ ਹੁਕਮ ਰੂਪੀ ਕਲਮ ਲਿਖਣ ਵਾਲਾ ਵੀ ਤੂੰ ਆਪ ਹੀ ਹੈ। ਉੱਪਰ ਜਿਹੜਾ ਸ਼ੁਭ ਅਸ਼ੁਭ ਰੂਪੀ ਲੇਖ ਲਿਖਣਾ ਜਗਿਆਸੂ ਰੂਪ ਹੋ ਕੇ ਉਹ ਵੀ ਲਿਖਣ ਵਾਲਾ ਤੂੰ ਹੀ ਹੈ। ਫਿਰ ਆਪੇ ਪੱਟੀ ਸ਼ਰਧਾ ਰੂਪ ਪੱਟੀ ਵੀ ਤੂੰ ਆਪ ਹੈ। ਪ੍ਰੇਮ ਰੂਪੀ ਕਲਮ ਵੀ ਤੂੰ ਆਪ ਹੈ। ਤੇ ਉੱਪਰ ਜਿਹੜੀ ਸੱਤ ਅਸੱਤ ਦੀ ਵਿਚਾਰ ਕਰਨੀ ਹੈ, ਇਹ ਜਿਹੜਾ ਲੇਖ ਹੈ, ਲਿਖਣ ਵਾਲਾ ਜਗਿਆਸੂ ਰੂਪ ਤੇ ਸੱਤ ਅਸੱਤ ਦੀ ਵਿਚਾਰ ਜਿਹੜਾ ਰੂਪੀ ਲੇਖ, ਇਹ ਵੀ ਤੂੰ ਆਪ ਹੀ ਹੈ। ਇੱਕ ਕਹੀਐ ਨਾਨਕਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇੱਕੋ ਇੱਕ ਹੀ ਪਰਮੇਸ਼ਰ ਨੂੰ ਹੀ ਭਾਈ ਕਹੀਏ। ਸਭ ਥਾਂ ਉਹੀਓ ਤੇ ਰਬਿਆ ਹੋਇਆ, ਸਭ ਥਾਂ ਉਹੀਓ ਤੇ ਹੈਗਾ ਹੈ। ਦੂਜਾ ਕਾਹੇ ਕੋ। ਵੀ ਦੂਜਾ ਕੋਈ ਹੋਵੇ ਤੇ ਕਹੀਏ, ਦੂਜਾ ਕਿਸ ਨੂੰ ਕਹੀਏ? ਦੂਜਾ ਤੇ ਕੋਈ ਹੈ ਨਹੀਂ ਹੈ। ਸਭ ਥਾਂ ਉਹੀਓ ਪਰਮਾਤਮਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਚੌਪਈ ਸੁਨਤ ਮੁਰੀਦ ਗੁਰੂ ਟਿਕ ਆਇਓ। ਗੁਰੂ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਉਚਾਰਿਆ, ਇਹ ਸੁਣਦਿਆਂ ਹੀ ਉਹ ਕਮਾਲ ਮਰੀਦ ਆਪਣੇ ਸਤਿਗੁਰੂ ਜੀ ਦੇ ਕੋਲ ਆਇਆ। ਕਰ ਸਲਾਮ ਅਸ ਬਚਨ ਲਾਇਓ। ਗੁਰੂ ਸਾਹਿਬ ਜੀ ਦੇ ਪਾਸ ਆ ਕੇ ਤੇ ਸਲਾਮ ਕਰਕੇ, ਮੱਥਾ ਟੇਕ ਕਰਕੇ ਐਸਾ ਬਚਨ ਕਿਹਾ। ਇਹ ਬੈਤ ਵਤ ਮੋਹਿ ਸੁਨਾਏ। ਮਹਾਰਾਜ ਜੋ ਇਹ ਜਿਹੜਾ ਤੁਹਾਡਾ ਬੈਂਤ ਛੰਦ ਹੈ, ਜੋ ਤੁਸਾਂ ਨੇ ਉਚਾਰਨ ਕੀਤਾ ਹੁਣੇ ਇਹ ਤੁਸੀਂ ਮੈਨੂੰ ਫਿਰ ਸੁਣਾਓ ਜੀ। ਤੁਮ ਦਰਵੇਸ਼ ਪੇ ਲਖਿਓ ਖੁਦਾਏ। ਮੈਂ ਤੁਹਾਨੂੰ, ਤੁਸੀਂ ਦਰਵੇਸ਼ ਹੋ ਖੁਦਾ ਦੇ,
ਜਾਂ ਮੈਂ ਤੁਹਾਨੂੰ ਜਾਣਿਆ ਵੀ ਤੁਸੀਂ ਖੁਦਾ ਹੀ ਆਪ ਆ ਗਏ ਹੋ। ਸ੍ਰੀ ਨਾਨਕ ਤਬ ਬੈਨ ਅਲਾਏ। ਤਦੋਂ ਸੁਣ ਕੇ ਕਮਾਲ ਮਰੀਦ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਤਿਹ ਸਲੋਕ ਕੇ ਅਰਥ ਸੁਨਾਏ। ਉਸ ਜਿਹੜਾ ਸ਼ਲੋਕ ਉੱਪਰ ਉਚਾਰਨ ਕੀਤਾ ਉਹਦੇ ਅਰਥ ਸੁਣਾਏ ਕਮਾਲ ਮਰੀਦ ਨੂੰ। ਆਪੇ ਪੱਟੀ ਕਲਮ ਸੋ ਆਪੇ। ਹੇ ਮਰੀਦ ਕਮਾਲ ਤੂੰ ਸੁਣ, ਇਹ ਸ਼ਬਦ ਦਾ ਅਰਥ ਹੈ ਵੀ ਹੇ ਖੁਦਾ ਪਰਮੇਸ਼ਰ ਤੂੰ ਆਪੇ ਫੱਟੀ ਤਖਤੀ ਹੈ, ਆਪੇ ਤੂੰ ਕਲਮ ਹੈ। ਲਿਖਨ ਹਾਰ ਸੋ ਦੁਤੀ ਨਾ ਜਾਪੇ। ਉਸ ਉੱਪਰ ਫੱਟੀ ਦੇ ਲੇਖ ਲਿਖਣ ਵਾਲਾ ਵੀ ਤੂੰ ਆਪ ਹੈ, ਦੂਸਰਾ ਤੇ ਕੋਈ ਨਹੀਂ ਜਾਣਿਆ ਜਾਂਦਾ, ਦੂਸਰਾ ਕੋਈ ਹੈ ਹੀ ਨਹੀਂ ਹੈ। ਸਭ ਮਹਿ ਰਵਿਓ ਏਕ ਖੁਦਾਏ। ਕਿਉਂਕਿ ਸਾਰਿਆਂ ਵਿੱਚ ਇੱਕੋ ਇੱਕ ਖੁਦਾ ਹੀ ਰਵ ਰਿਹਾ ਹੈ, ਉਹੀਓ ਪਰਿਪੂਰਨ ਹੈ। ਛੂਛੀ ਕਹੋ ਨਾ ਤਿਸ ਬਿਨ ਥਾਏ। ਜਿਸ ਤੋਂ ਬਿਨਾ ਥਾਂ ਕੋਈ ਖਾਲੀ ਹੈ ਹੀ ਨਹੀਂ, ਸਾਰੇ ਥਾਂ ਉਹੀਓ ਹੈ ਪਰਮਾਤਮਾ। ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਰਹੋ ਸਰਬ ਠਾਈ। ਦੂਜਾ ਦੇਖਿਓ ਸੁਣਿਓ ਨਾ ਕੋਈ। ਦੂਜਾ ਨਾ ਕੋਈ ਅੱਜ ਤੱਕ ਇਹਨਾਂ ਨੇਤਰਾਂ ਨਾਲ ਦੇਖਿਆ, ਨਾ ਇਹਨਾਂ ਕੰਨਾਂ ਨਾਲ ਕੋਈ ਸੁਣਿਆ ਹੀ ਹੈ। ਜਪ ਹੈ ਜੇ ਏਕ ਤਰਹਿ ਭਵ ਸੋਈ। ਇਹ ਵੀ ਸੇਵਕ ਮਰੀਦ ਜਿਹੜੇ ਇਸ ਪਰਮੇਸ਼ਰ ਇੱਕੋ ਇੱਕ ਨੂੰ ਜਪਦੇ ਆ, ਉਹੀਓ ਤਰ ਜਾਂਦੇ ਸੰਸਾਰ ਸਮੁੰਦਰ ਤੋਂ। ਦੋਹਰਾ ਸੁਨਤ ਸੇਖ ਹਰ ਖਾਏ ਔਰ। ਇੱਕ ਮਾਲ ਜੋ ਸੇਖ ਸੀ, ਸੁਣ ਕੇ ਸਤਿਗੁਰ ਜੀ ਤੋਂ ਇਹ ਸ਼ਬਦ ਬੜਾ ਹਿਰਦੇ ਵਿੱਚ ਖੁਸ਼ ਹੋਇਆ। ਗਇਓ ਨਿਕਟ ਨਿਜ ਪੀਰਾ। ਆਪਣੇ ਪੀਰ ਸ਼ੇਖ ਬ੍ਰਹਮ ਜੀ ਪਾਸ ਚਲਾ ਗਿਆ ਕਮਾਲ ਮੁਰੀਦ। ਕਹਿਓ ਜਾਏ ਮੈਂ ਦੇਖਿਓ। ਜਾ ਕੇ ਸ਼ੇਖ ਬ੍ਰਹਮ ਨੂੰ ਕਿਹਾ ਵੀ ਮੈਂ ਅੱਜ ਜਾ ਕੇ ਦੇਖਿਆ ਹੈ ਪੀਰ ਜੀ। ਆਜ ਖੁਦਾਏ ਸਰੀਰਾ। ਅੱਜ ਜੋ ਖੁਦਾ ਦਾ ਸਰੀਰ, ਭਾਵ ਗੁਰੂ ਨਾਨਕ ਸਾਹਿਬ ਖੁਦਾ ਦਾ ਹੀ ਖੁਦਾ ਆਪ ਵੀ ਹੈ। ਖੁਦਾ ਗੁਰੂ ਨਾਨਕ ਸਾਹਿਬ ਦੇ ਸਰੀਰ ਵਿੱਚ ਆਏ ਹੋਏ ਮੈਂ ਦੇਖਿਆ ਹੈ ਅੱਜ ਜਾ ਕੇ। ਚੌਪਈ ਹਿੰਦ ਜਨਮ ਸ੍ਰੀ ਨਾਨਕ ਵੇਦੀ। ਭਾਵੇਂ ਕਿ ਉਹਨਾਂ ਦਾ ਜਿਹੜਾ ਜਨਮ ਹੈ ਉਹ ਹਿੰਦੂਆਂ ਦੇ ਘਰਾਂ ਵਿੱਚ ਹੋਇਆ ਹੈ, ਹਿੰਦੂ ਜਾਤੀ ਵਿੱਚ, ਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਨਾਮ ਹੈ, ਵੇਦੀ ਉਹਨਾਂ ਦੀ ਵੰਸ਼ ਹੈ। ਦੇਤ ਅੱਲ੍ਹ ਸੁਧ ਦਵੈਤ ਛੇਦੀ। ਪਰ ਉਹ ਦਵੈਤ ਨੂੰ ਨਾਸ ਕਰਨ ਵਾਲੀ ਜਿਹੜੀ ਹੈ ਅੱਲਾ ਖੁਦਾ ਦੀ ਖਬਰਸਾਰ ਦਿੰਦੇ ਆ, ਫਿਰਦੇ ਆ। ਸੁਨਤ ਪੀਰ ਨਾ ਬਚਨ ਉਚਾਰੇ। ਸੁਣ ਕੇ ਸ਼ੇਖ ਬ੍ਰਹਮ ਪੀਰ ਨੇ ਬਚਨ ਉਚਾਰੇ, ਕਹੇ ਮਰੀਦ ਨੂੰ। ਹਿੰਦੂ ਬਾਹਰ ਖੁਦਾਏ ਕਿਆਰੇ। ਉਹ ਮਰੀਦਾ ਵੀ ਹਿੰਦੂ ਹੋਵੇ ਤੇ ਫਿਰ ਵੀ ਖੁਦਾ ਹੋਵੇ, ਇਹ ਕੀ ਗੱਲ ਹੈ? ਹਿੰਦੂ ਕਦੀ ਖੁਦਾ ਨਹੀਂ ਹੋ ਸਕਦਾ, ਹਿੰਦੂ ਦੇ ਕਾਫਰ ਹੈ। ਹਿੰਦੂ ਹੋਵੇ ਤੇ ਉਹ ਹੋਵੇ ਖੁਦਾ, ਇਹ ਮੈਂ ਨਹੀਂ ਮੰਨਦਾ। ਇਹ ਮਰੀਦ ਉਹਦੇ ਕਾਫਰ ਹੁੰਦਾ ਹਿੰਦੂ। ਫੇਰ ਮਰੀਦ ਜੋਰ ਕਹਿ ਕਹਾਈ। ਇਹ ਫਿਰ ਜੋ ਇਹ ਮਰੀਦ ਸੀ ਕਮਾਲ ਨੇ ਦੋਵੇਂ ਹੱਥ ਜੋੜ ਕੇ ਕਿਹਾ, ਸੋ ਖੁਦਾਏ ਕੀ ਸੂਰਤ ਅਹਾਈ। ਐ ਪੀਰ ਜੀ ਗੁਰੂ ਨਾਨਕ ਸਾਹਿਬ ਖੁਦਾ ਦੀ ਸੂਰਤ ਹੈ, ਖੁਦਾ ਆਪ ਹੀ ਹਨ। ਕਹਾਂ ਕੂਰ ਨਹ ਸਾਚ ਬਖਾਨੋ। ਮੈਂ ਝੂਠ ਨਹੀਂ ਕਹਿ ਰਿਹਾ ਹਾਂ, ਸੱਚ ਹੀ ਕਹਿ ਰਿਹਾ, ਸੱਚ ਹੀ ਜਾਣੋ ਪਛਾਣੋ। ਦੇਖੋਗੇ ਤੁਮ ਤਬ ਹੀ ਮਾਨਾ। ਪੀਰ ਜੀ ਜਦੋਂ ਤੁਸੀਂ ਆਪਣੀਆਂ ਅੱਖਾਂ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਦੇਖੋਗੇ ਤਦੋਂ ਹੀ ਤੁਸੀਂ ਸੱਚ ਮੰਨੋਗੇ। ਬਿਨ ਦੇਖੇ ਨਹ ਆਏ ਪ੍ਰਤੀਤੀ। ਜਿੰਨਾ ਚਿਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਨਹੀਂ ਨਾ ਲੈਂਦੇ, ਬਿਨਾਂ ਦੇਖੇ ਤੇ ਤੁਹਾਨੂੰ ਯਕੀਨ ਨਹੀਂ ਆਏਗਾ। ਮਿਲਨੇ ਤੇ ਵਿਸਾਲ ਹੋਇਆ ਪ੍ਰੀਤੀ। ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੋਗੇ, ਮਿਲਣ ਤੇ ਤੁਹਾਨੂੰ ਬਹੁਤ ਹੀ ਪ੍ਰੀਤੀ ਹੋ ਆਵੇਗੀ, ਤੁਹਾਡਾ ਬਹੁਤ ਪ੍ਰੇਮ ਹੋ ਜਾਏਗਾ। ਵੇਖ ਲੈਣਾ। ਸੁਨ ਪਨ ਬਾਨੀ ਪੀਰ ਅਲਾਈ। ਸੁਣ ਕੇ ਜੋ ਇਹ ਪੀਰ ਸੀ ਸ਼ੇਖ ਬ੍ਰਹਮ, ਇਸਨੇ ਬਾਣੀ ਬਚਨ ਕਿਹਾ। ਮੈਂਡਾ ਬੈਤ ਲਜਾਏ ਸੁਨਾਈ। ਉਹ ਕਮਾਲ ਮਰੀਦ ਇੱਕ
ਮੈਂ ਬੈਂਤ ਲਿਖਦਾ, ਮੈਂ ਬੈਂਤ ਉਚਾਰਦਾ, ਉਹ ਬੈਂਤ ਤੂੰ ਲਿਖ ਕੇ ਲੈ ਜਾ ਤੇ ਉਹਨਾਂ ਨੂੰ ਸੁਣਾ ਦੇ ਗੁਰੂ ਨਾਨਕ ਸਾਹਿਬ ਨੂੰ। ਦੋਹਰਾ ਕਿਨਹੁ ਬਤ ਗਲਾਲੀਏ, ਦੁਬਾਰਾ ਪੜ੍ਹ। ਕਿਨਹੁ ਬਤ ਗਲਾਲੀਏ, ਗਲਾਲੀਏ ਕਿੱਥੇ ਲਿਖਿਆ? ਕਿਨਹੁ ਬਤ ਗਲਾਈਏ, ਕਹਿੰਦੇ ਆ ਵੀ ਤੂੰ ਲੈ ਜਾ, ਮੈਂ ਬੈਂਤ ਲਿਖਦਾ, ਤੂੰ ਲੈ ਜਾ ਤੇ ਵੱਤ ਗਲਾਈਏ ਕਹੀਏ, ਜਾ ਕੇ ਸੁਣਾ ਦੇ ਉਹਨਾਂ ਨੂੰ। ਜੋ ਮੈਂ ਤੋ ਕੋ ਬਦ, ਜੋ ਮੈਂ ਤੈਨੂੰ ਬੈਂਤ ਉਚਾਰ ਕੇ ਕਹਿੰਦਾ ਹਾਂ। ਇੱਕ ਸਾਹਿਬ ਦੋ ਹੱਦ ਹੈ। ਉਹ ਸੁਣ ਬੈਂਤ ਕੀ ਹੈ ਵੀ ਇੱਕ ਸਾਹਿਬ ਮਾਲਕ ਹੈ ਤੇ ਦੋ ਹੱਦਾਂ ਹੈ, ਭਾਵੇਂ ਇੱਕ ਮੁਸਲਮਾਨ ਤੇ ਇੱਕ ਜਿਹੜੇ ਆ ਹਿੰਦੂ। ਕੋ ਸੇਵੀ ਕੋ ਸੇਵੀ ਕੋ ਰੱਦ, ਇਹ ਗੁਰੂ ਨਾਨਕ ਸਾਹਿਬ ਕਿਹਨਾਂ ਨੂੰ ਸੇਵੀ ਕਹੀਏ, ਸੇਵਦੇ ਹੈ ਕਿ ਕਿਹੜਾ ਮੰਨਣ ਯੋਗ ਇਹਨਾਂ ਵਿੱਚੋਂ ਦੋ ਹੱਦਾਂ ਵਿੱਚੋਂ? ਮਾਲਕ ਇੱਕ ਹੈ, ਖੁਦਾ ਇੱਕ ਹੈ ਤੇ ਹੱਦਾਂ ਦੋ ਹੈ, ਮੁਸਲਮਾਨ ਤੇ ਹਿੰਦੂ। ਇਹ ਉਹਨਾਂ ਨੂੰ ਪੁੱਛਣਾ ਵੀ ਤੁਹਾਡੇ ਮੁਤਾਬਕ ਕਿਹੜਾ ਮੰਨਣ ਯੋਗ ਹੈ ਤੇ ਕਿਹਨੂੰ ਤੁਸੀਂ ਰੱਦ ਕਰਦੇ ਹੋ, ਕਿਹਨੂੰ ਤੁਸੀਂ ਨਹੀਂ ਮੰਨਦੇ ਹੋ, ਕੀ ਕਹਿੰਦੇ ਹੋ ਵੀ ਕਿਹਨੂੰ ਮੰਨਣਾ ਚਾਹੀਦਾ ਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ। ਚੌਪਈ ਸੁਨ ਮਰੀਦ ਤਬ ਸ੍ਰੀ ਗੁਰ ਪਾਸਾ, ਸੁਣ ਕੇ ਇਹ ਬੈਂਤ ਵੀ ਇੱਕ ਸਾਹਿਬ ਦੋ ਹੱਦ ਹੈ, ਕੋ ਸੇਵੀ ਕੋ ਰੱਦ। ਇਹ ਜਿਹੜਾ ਬੈਂਤ ਸੁਣ ਕੇ ਜਿਹੜਾ ਕਮਾਲ ਮਰੀਦ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਾਸ, ਜੁਲ ਕਰ ਆਏ ਕਰੀ ਅਰਦਾਸਾ, ਮਹਾਰਾਜ ਜੀ ਦੇ ਪਾਸ ਪਹੁੰਚ ਕੇ ਇਹਨੇ ਅਰਦਾਸ ਬੇਨਤੀ ਕੀਤੀ, ਹੱਥ ਜੋੜ ਕੇ ਕਿਹਾ। ਜਬ ਹੀ ਬੜਿਓ ਬੈਂਤ ਮੈਂ ਤਾਂਡਾ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਤਪਾ ਜੀ, ਜਦੋਂ ਮੈਂ ਤੁਹਾਡਾ ਆ ਬੈਂਤ ਪੜ੍ਹਿਆ ਹੈ ਵੀ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਜਦੋਂ ਮੈਂ ਤੁਹਾਡਾ ਇਹ ਬੈਂਤ ਛੰਦ ਪੜ੍ਹਿਆ ਸ਼ਲੋਕ, ਬੈਂਤ ਕਹਿਓ ਤਬ ਪੀਰ ਇੱਕ ਮੈਂਡਾ, ਮੇਰੇ ਪੀਰ ਸ਼ੇਖ ਬ੍ਰਹਮ ਨੇ ਇੱਕ ਬੈਂਤ ਕਿਹਾ ਹੈ ਅੱਗੋਂ ਗੁਰੂ ਨਾਨਕ ਸਾਹਿਬ ਜੀ, ਇਹ ਕੋ ਉੱਤਰ ਦੀਜਹੁ ਮੋਕੋ, ਉਸ ਦਾ ਤੁਸੀਂ ਬੈਂਤ ਦਾ ਉੱਤਰ ਮੈਨੂੰ ਦੇ ਦਿਓ, ਦੱਸ ਦਿਓ ਉਹਦਾ ਅਰਥ। ਸੁਨਹੁ ਸੁਨਾਵਤ ਹਾਂ ਮੈਂ ਤੋ ਕੋ, ਮੈਂ ਜਿਹੜਾ ਤੁਹਾਨੂੰ ਸੁਣਾਉਂਦਾ, ਤੁਸੀਂ ਜਿਹੜਾ ਧਿਆਨ ਨਾਲ ਉਹ ਬੈਂਤ ਸੁਣੋ ਜੀ। ਸਾਹਿਬ ਏਕੋ ਦੋ ਕੀ ਹੱਦ, ਉਹ ਬੈਂਤ ਇਹ ਹੈ ਵੀ ਮੇਰੇ ਪੀਰ ਨੇ ਬੈਂਤ ਵਿੱਚ ਛੰਦ ਵਿੱਚ ਆਪਣੇ 'ਚ ਕਿਹਾ ਵੀ ਸਾਹਿਬ ਇੱਕੋ, ਮਾਲਕ ਇੱਕੋ, ਖੁਦਾ ਇੱਕੋ ਹੀ ਹੈ ਪਰਮਾਤਮਾ। ਤੇ ਉਸ ਨੇ ਦੋ ਹੱਦਾਂ ਕੀਤੀਆਂ, ਭਾਵ ਇੱਕ ਮੁਸਲਮਾਨ ਤੇ ਇੱਕ ਹਿੰਦੂ। ਕਿਹ ਕੋ ਸੇਵੀ ਕਿਹ ਕੋ ਰਾਦਾ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਸਮਝਾ ਵੀ ਤੂੰ ਪੁੱਛਣਾ ਵੀ ਗੁਰੂ ਨਾਨਕ ਸਾਹਿਬ ਕਿਹਨਾਂ ਨੂੰ ਸੇਵਦੇ ਹੈ ਤੇ ਕਿਹਨਾਂ ਨੂੰ ਰੱਦ ਕਰਦੇ ਹੈ, ਭਾਵ ਉਹਨਾਂ ਮੁਤਾਬਕ ਕਿਹੜਾ ਮੰਨਣ ਯੋਗ ਹੈ ਤੇ ਕਿਹੜਾ ਨਹੀਂ ਮੰਨਣ ਯੋਗ, ਕਿਹਨੂੰ ਉਹ ਮੰਨਦੇ ਕਿਹਨੂੰ ਨਹੀਂ ਮੰਨਦੇ, ਕਿਹਨੂੰ ਉਹ ਕਿਹਦੀ ਉਹ ਸੇਵਾ ਕਰਦੇ ਹੈ, ਪੂਜਦੇ, ਚਾਹੁੰਦੇ ਵੀ ਆਹ ਸਹੀ ਹੈ ਦੂਸਰਾ ਸਹੀ ਨਹੀਂ ਹੈ, ਕਿਹਨੂੰ ਉਹ ਕਹਿੰਦੇ ਆ ਵੀ ਆਹ ਜਿਹੜੀ ਖੁਦਾ ਦੀ ਉਮਤ ਹੈ ਤੇ ਆਹ ਕਾਫਰ ਲੋਕ ਹੈ। ਇਸ ਤਰ੍ਹਾਂ ਤੂੰ ਪੁੱਛ ਕੇ ਆ। ਜੋ ਤੁਮਰੇ ਮਤ ਮਾਹੀ ਸੱਚ, ਗੁਰੂ ਨਾਨਕ ਸਾਹਿਬ ਤਪਾ ਜੀ, ਜੋ ਤੁਹਾਡੇ ਮਤ ਵਿੱਚ ਸੱਚੋ ਸੱਚ ਸਹੀ ਗੱਲ ਹੈ, ਕਿਰਪਾ ਧਾਰ ਮੁਝ ਸੰਗ ਬਾਚੋ, ਕਿਰਪਾ ਧਾਰ ਕੇ ਮੇਰੇ ਨਾਲ ਤੁਸੀਂ ਕਹੋ ਦੱਸੋ। ਇਸ ਪ੍ਰਕਾਰ ਕੇ ਸੁਨ ਕਰ ਬੈਨਾ, ਇਸ ਤਰ੍ਹਾਂ ਦੇ ਜਿਹੜੇ ਬੈਂਤ ਰੂਪੀ ਬਚਨਾਂ ਨੂੰ ਸੁਣ ਕਰਕੇ ਕਹਿਓ ਸਲੋਕ ਸਰਬ ਸੁਖ ਦਾਨਾ, ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਸੁਖ ਦੇਣ ਵਾਲੇ ਸ਼ਲੋਕ ਕਿਹਾ। ਸਲੋਕ ਦੂਜਾ ਕਾਹੇ ਸਿਮਰਿਆ, ਮਹਾਰਾਜ ਕਹਿੰਦੇ ਵੀ ਜੋ ਦੂਜਾ ਹੈ ਨਾ ਜੀਵ, ਵੀ ਉਹਨੂੰ ਕਾਹੇ ਕਿਸ ਵਾਸਤੇ ਸਿਮਰੀਏ, ਸਿਮਰੀਏ ਤਾਂ ਇੱਕ ਪਰਮੇਸ਼ਰ ਨੂੰ ਹੀ ਸਿਮਰੀਏ। ਆਹ ਜਿਹੜਾ ਜੀਵ ਹੈ, ਮਨੁੱਖ ਹੈ, ਇਹਨੂੰ ਕਾਹਦੇ ਵਾਸਤੇ ਸਿਮਰੀਏ, ਯਾਦ ਕਰੀਏ, ਚੇਤੇ ਕਰੀਏ। ਜੰਮੈ ਤੇ ਮਰ ਜਾਏ, ਧਿਆਨ ਨਾਲ ਪੜ੍ਹ, ਜੰਮੈ ਤੇ ਮਰ ਜਾਏ, ਤੇ ਲਿਖਿਆ
ਜੰਮੈ ਤੈ ਮਰ ਜਾਏ। ਕਿ ਵੀ ਉਹ ਜੀਵ ਨੂੰ ਕਾਹਨੂੰ ਸਿਮਰੀਏ ਜਿਹੜਾ ਜੰਮਦਾ ਹੈ ਤੇ ਮਰ ਜਾਂਦਾ ਹੈ। ਏਕੋ ਸਿਮਰੋ ਨਾਨਕਾ, ਇੱਕ ਇੱਕ ਪਰਮੇਸ਼ਰ ਖੁਦਾ ਨੂੰ ਸਿਮਰੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਸ ਨੂੰ ਚੇਤੇ ਕਰੀਏ। ਜਲ ਥਲ ਰਹਿਆ ਸਮਾਏ, ਜੋ ਪਰਮੇਸ਼ਰ ਸੱਤਾਂ ਸਮੁੰਦਰਾਂ ਹਰ ਥਾਂ ਜਲ ਵਿੱਚ ਸਮਾਇਆ ਹੋਇਆ, ਥਲਾਂ ਮਾਰੂ ਥਲ ਪਤਾਲਾਂ ਤੇ ਧਰਤੀਆਂ ਦੇ ਸਮਾਇਆ ਹੋਇਆ। ਕਰਨ ਕਾਲ ਰਬ ਇੱਕ ਹੈ, ਦੂਸਰ ਨਾਹੀ ਕੋਏ। ਐਵੇਂ ਉਸ ਨੂੰ ਸਿਮਰੀਏ ਜੋ ਕਰਨ ਕਾਰਨ ਪਰਮਾਤਮਾ ਇੱਕੋ ਇੱਕ ਹੈ ਤੇ ਦੂਸਰਾ ਕੋਈ ਹੈ ਨਹੀਂ ਹੈ। ਤੇ ਉਸ ਮਾਲਕ ਨੂੰ ਸਿਮਰੀਏ ਵੀ ਦੂਸਰੇ ਨੂੰ ਕਾਹਨੂੰ ਸਿਮਰਨਾ ਹੈ। ਇਹ ਸ਼ਬਦ ਗੁਰਬਾਣੀ ਵਿੱਚ ਨਹੀਂ ਆਉਂਦਾ। ਇਸੇ ਨਾਲ ਦਾ ਹੀ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਉਂਦਾ ਹੈ ਵੀ ਉਹ ਬਚਨ ਮਹਾਰਾਜ ਕਰਦੇ ਗੁਜਰੀ ਦੀ ਵਾਰ ਵਿੱਚ, ਸਦਾ ਸਦਾ ਸੋ ਸੇਵੀਐ ਜੋ ਸਭ ਮੈਂ ਰਹਿ ਸਮਾਏ, ਅਵਰ ਦੂਜਾ ਕੋ ਸੇਵੀਐ ਜੰਮੈ ਤੈ ਮਰ ਜਾਏ। ਵੀ ਜੋ ਪਰਮੇਸ਼ਰ ਹੈ ਉਹਨੂੰ ਹਮੇਸ਼ਾ ਹਮੇਸ਼ਾ ਉਸ ਨੂੰ ਸੇਵੀਏ ਜਿਹੜਾ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ, ਜਿਹੜਾ ਦੋਹਾਂ ਸਿਰਿਆਂ ਕਾ ਆਪ ਸੁਆਮੀ ਹੈ। ਉਹਨੂੰ ਸਿਮਰੀਏ। ਤੇ ਹੋਰ ਦੂਜੇ ਨੂੰ ਕੀ ਸਿਮਰਨਾ, ਭਾਵ ਮਨੁੱਖ ਨੂੰ ਕੀ ਸਿਮਰਨਾ ਹੈ ਜਿਹੜਾ ਜੰਮਦਾ ਤੇ ਮਰ ਜਾਂਦਾ ਹੈ। ਇਵੇਂ ਉਹ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ, ਉਸ ਦੇ ਨਾਲ ਹੀ ਇਹ ਸੁਮੇਲ ਖਾਂਦਾ ਸ਼ਬਦ ਹੈ, ਗੁਰਬਾਣੀ ਵਿੱਚ ਨਹੀਂ ਆਉਂਦਾ ਜੋ ਉੱਪਰ ਸਲੋਕ ਆਇਆ ਹੈ। ਦੋਹਰਾ ਸਨਹਤ ਮਾਰੋ ਪੀਰ ਜੋ, ਗੁਰੂ ਸਾਹਿਬ ਜੀ ਕਹਿਣ ਲੱਗੇ ਕਮਾਲ, ਜੋ ਵੀ ਤੁਹਾਡਾ ਸ਼ੇਖ ਬ੍ਰਹਮ ਪੀਰ ਹੈ ਉਹਦੇ ਬਾਰੇ ਸੁਣੋ। ਅਬ ਲਗ ਦੂਜੋ ਚੀਨਾ, ਹੁਣ ਤੱਕ ਉਸਨੇ ਦੂਸਰਾ ਹੀ ਜਾਣਿਆ ਹੈ ਵੀ ਖੁਦਾ ਦੂਸਰਾ ਵੀ ਹੈਗਾ ਹੈ, ਕਿਉਂਕਿ ਉਹਦੇ ਬੈਂਤਾਂ ਤੋਂ ਉਹਦੇ ਬਚਨਾਂ ਤੋਂ ਸਿੱਧ ਹੁੰਦਾ ਵੀ ਉਸਨੇ ਦੂਸਰਾ ਵੀ ਹੁਣ ਤੱਕ ਜਾਣਿਆ ਹੈ ਕੋਈ ਨਹੀਂ ਖੁਦਾਏ ਪਛਾਨਾ, ਉਸ ਨੂੰ ਖੁਦਾ ਦੀ ਕੋਈ ਪਛਾਣ ਨਹੀਂ ਹੈ, ਉਹਦੇ ਬਚਨਾਂ ਤੋਂ ਹੀ ਪਤਾ ਲੱਗਦਾ ਹੈ। ਤਿਹ ਮਾਰਗ ਮਿਲਨ ਨਾ ਲੀਨਾ, ਨਹੀਂ ਖੁਦਾਏ ਪਛਾਣ ਤੇ ਵਿਸ਼ਰਾਮ ਹੈ, ਮਾਰਗ ਮਿਲਣ ਨਾ ਲੀਣ। ਜਿਹੜਾ ਵਾਹਿਗੁਰੂ ਖੁਦਾ ਨੂੰ ਮਿਲਣ ਦਾ ਮਾਰਗ ਹੈ ਉਹ ਤੇ ਉਸਨੇ ਲਿਆ ਹੀ ਨਹੀਂ ਹੈ, ਉਹ ਅਜੇ ਤੱਕ ਉੱਥੇ ਪਹੁੰਚਿਆ ਹੀ ਨਹੀਂ ਹੈ। ਚੌਪਈ ਸੇਵੋ ਏਕ ਹੱਦ ਹੈ ਕੋਏ, ਇਸ ਕਰਕੇ ਅਸੀਂ ਕਹਿੰਦੇ ਆ ਵੀ ਆਪਣੇ ਪੀਰ ਨੂੰ ਕਹੋ ਵੀ ਜੇ ਤੂੰ ਖੁਦਾ ਨੂੰ ਮਿਲਣਾ ਚਾਹੁੰਦਾ ਹੈ ਤੇ ਜਿਹੜੀਆਂ ਦੋ ਹੱਦਾਂ ਨਾ ਉਹਨਾਂ ਨੂੰ ਤੂੰ ਗਵਾ ਦੇ। ਇਹ ਮੁਸਲਮਾਨ ਹੈ, ਮੈਂ ਮੁਸਲਮਾਨ ਹਾਂ, ਦੂਸਰਾ ਹਿੰਦੂ ਹੈ। ਇਹ ਦੋ ਹੱਦਾਂ ਨੂੰ ਤੂੰ ਗਵਾ ਕੇ ਇੱਕ ਜੋ ਖੁਦਾ ਪਰਮਾਤਮਾ ਹੈ ਉਸ ਦੀ ਸੇਵਾ ਕਰ, ਉਹਦਾ ਸਿਮਰਨ ਕਰ, ਉਹਨੂੰ ਚੇਤੇ ਕਰ, ਯਾਦ ਕਰ। ਸਭ ਕੋ ਕਰਨਹਾਰ ਹੈ ਜੋਏ, ਜੋ ਪਰਮਾਤਮਾ ਸਾਰਿਆਂ ਦਾ ਹੀ ਕਰਨ ਵਾਲਾ ਹੈ, ਸਭ ਨੂੰ ਪੈਦਾ ਕਰਨ ਵਾਲਾ, ਹਿੰਦੂ ਮੁਸਲਮਾਨਾਂ ਸਾਰਿਆਂ ਨੂੰ। ਏਕ ਖੁਦਾਏ ਰਵਿਓ ਸਭ ਮਾਹੀ, ਕਿਉਂਕਿ ਸਾਰਿਆਂ ਵਿੱਚ ਇੱਕ ਪਰਮੇਸ਼ਰ ਖੁਦਾ ਹੀ ਰਵ ਰਿਹਾ ਹੈ। ਯੋ ਜਾਣੇ ਬਿਨ ਮਿਲਨ ਦਰਾਹੀ, ਉਹਨੂੰ ਕਹਿ ਵੀ ਉਹ ਤੂੰ ਜਾਣ ਵੀ ਪਰਮਾਤਮਾ ਹੀ ਸਾਰਿਆਂ 'ਚ ਇੱਕੋ ਇੱਕ, ਉਹਦਾ ਹੀ ਜਲਵਾ ਹੈ, ਉਹਦਾ ਹੀ ਪ੍ਰਕਾਸ਼ ਹੈ, ਉਹਦੀ ਜੋਤ ਹੀ ਹੈ ਸਾਰਿਆਂ ਵਿੱਚ। ਇਵੇਂ ਜਾਣ, ਜੇ ਤੂੰ ਇਵੇਂ ਨਹੀਂ ਨਾ ਜਾਣੇਗਾ, ਉਹ ਜਾਣੇ ਤੋਂ ਬਿਨਾਂ ਤੇ ਖੁਦਾ ਨੂੰ ਮਿਲਣਾ ਬੜਾ ਹੀ ਕਠਿਨ ਹੈ, ਮੁਸ਼ਕਲ ਹੈ। ਮੁਸਲਮਾਨ ਨਾ ਹਿੰਦੂ ਕੋ, ਕਿਉਂਕਿ ਉਸ ਖੁਦਾ ਦੀ ਨਿਗਾਹ ਵਿੱਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੀ ਹੈ। ਕਰਨਹਾਰ ਸਭ ਕੋ ਇੱਕ ਹੋ, ਉਹ ਕਰਨ ਵਾਲਾ ਪਰਮੇਸ਼ਰ ਇੱਕੋ ਹੀ ਇੱਕ ਹੋ ਰਿਹਾ ਹੈ, ਇੱਕੋ ਇੱਕ ਪਰਮਾਤਮਾ ਹੈ ਸਭ ਨੂੰ ਕਰਨ ਵਾਲਾ। ਉਹ ਤੇ ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਭਗਤ ਮਹਾਰਾਜ ਵੀ ਕਹਿੰਦੇ ਹੈ। ਤੇ ਇਸੇ ਤਰ੍ਹਾਂ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪ੍ਰਾਣ। ਇਹ ਜਿਹੜੇ ਸਰੀਰ ਹੈ ਪ੍ਰਾਣ ਹੈ ਉਹ ਤੇ ਪਰਮੇਸ਼ਰ ਕੋਈ ਖੁਦਾ ਨੂੰ ਕਹਿ ਦਿੰਦਾ, ਕੋਈ ਰਾਮ ਕਹਿ ਦਿੰਦਾ ਹੈ। ਇਵੇਂ ਸਾਰਾ ਕੁਝ ਉਹਦਾ ਹੀ ਬਣਾਇਆ ਹੋਇਆ, ਉਹਦੇ ਹੀ ਹੈ ਸਾਰੇ। ਪਖ ਬਾਦ ਮੈਂ ਉਰਜੇ ਜੋਈ, ਉਹ ਤੇ ਜੋ ਵੀ ਇਹ ਸੰਸਾਰੀ ਲੋਕ ਪੱਖਵਾਦ ਵਿੱਚ ਉਰਝੇ ਫਸੇ ਆ, ਝਗੜਿਆਂ ਵਿੱਚ ਫਸੇ ਆ ਵੀ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ,
ਮੈਂ ਤੁਹਾਨੂੰ ਨਹੀਂ ਰਹਿਣ ਦਿਆਂਗਾ। ਹੱਦਾਂ ਦੋਏ ਜਾਨ ਹੈ ਸੋਈ। ਉਹੀਓ ਪੱਖਵਾਦ ਵਾਲੇ, ਝਗੜਿਆਂ ਵਾਲੇ ਲੋਕ ਹੀ ਪੱਖਵਾਦ ਕਰਦੇ ਐ। ਸੰਸਾਰੀ ਜੀਵ ਬ੍ਰਹਮ ਗਿਆਨੀ ਤਤ ਬੇਤੇ ਇਹੋ ਜਿਹਾ ਕਰਮ ਨਹੀਂ ਬਿਲਕੁਲ ਕਰਦੇ। ਐਸੇ ਬਚਨ ਸੁਨੇ ਗੁਰ ਤੀਰਾ। ਇਹੋ ਜਿਹੇ ਬਚਨ ਜਦੋਂ ਸਤਿਗੁਰ ਜੀ ਪਾਸੋਂ ਕਮਾਲ ਮਰੀਦ ਨੇ ਸੁਣੇ ਐ, ਗਮਨਿਓ ਤਬ ਸਮੀਪ ਨਿਜ ਪੀਰਾ। ਤਦੋਂ ਇਹ ਕਮਾਲ ਮਰੀਦ ਆਪਣੇ ਸ਼ੇਖ ਬ੍ਰਹਮ ਪੀਰ ਦੇ ਪਾਸ ਚਲਿਆ ਗਿਆ। ਸਰਬ ਜਵਾਬ ਸੁਨਾਇਓ ਜਬ ਹੀ। ਜਦੋਂ ਸਾਰਾ ਹੀ ਉਸ ਬੈਂਤ ਦਾ ਜਵਾਬ ਜੋ ਇਸ ਨੇ ਬੈਂਤ ਲੈ ਕੇ ਭੇਜਿਆ ਸੀ ਵੀ ਸਾਹਿਬ ਇੱਕੋ ਦੋ ਹੱਦ ਹੈ, ਵੀ ਇਹ ਦੋ ਹੱਦਾਂ ਹੈ ਸਾਹਿਬ, ਇੱਕੋ ਹੈ, ਇੱਕੋ ਸੇਵੀ ਕੋ ਰੱਦ। ਉਹਦਾ ਜਵਾਬ ਜਦੋਂ ਸਤਿਗੁਰ ਜੀ ਨੇ ਭੇਜਿਆ ਤੇ ਇਹਨੂੰ ਸੁਣਾਇਆ ਮਰੀਦ ਕਮਾਲ ਨੇ। ਬੋਲਿਓ ਪੀਰ ਤਾਹੇ ਸੋ ਤਬ ਹੀ। ਇੱਕ ਸ਼ੇਖ ਬ੍ਰਹਮ ਪੀਰ ਤਦੋਂ ਹੀ ਆਪਣੇ ਮਰੀਦ ਨੂੰ ਬੋਲਿਆ। ਦੋਹਰਾ ਤਾਤ ਬਾਤ ਕੋ ਮਰਮ ਜੋ। ਕਹਿ ਲੱਗਾ ਉਹ ਪਿਆਰੇ ਮਰੀਦ, ਇਸ ਗੱਲ ਦਾ ਜਿਹੜਾ ਭੇਦ ਮਰਮ ਹੈ, ਜਿਹੜੀ ਗੁੱਝੀ ਗੱਲ ਹੈ, ਤਾ ਜਾਣਿਓ ਕਾ ਨਾਹੇ। ਇਹ ਤੂੰ ਇਸ ਬਚਨਾਂ ਦਾ ਭੇਦ ਤੂੰ ਵੀ ਕੋਈ ਜਾਣਿਆ ਕਿ ਜਾਂ ਨਹੀਂ ਜਾਣਿਆ। ਅਜ਼ਮਤ ਇਹ ਮਹਿ ਅਧਿਕ, ਅਜ਼ਮਤ ਇਸ ਮਹਿ ਅਧਿਕ ਹੈ। ਜਿਹੜੀ ਸ਼ਕਤੀ ਹੈ, ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਨਾ ਦਰਵੇਸ਼, ਇਹਨਾਂ ਵਿੱਚ ਬੜੀ ਤਗੜੀ ਸ਼ਕਤੀ ਹੈ। ਸੁਨਹੁ ਸਮਝ ਮਨ ਮਾਹੇ। ਇਸ ਕਰਕੇ ਵੀ ਤੂੰ ਸੁਣ ਲਾ, ਸਾਡੇ ਪਾਸੋਂ ਦੇ ਮਨ ਵਿੱਚ ਸਮਝਾ ਗੁਰੂ ਨਾਨਕ ਸਾਹਿਬ 'ਚ ਬੜੀ ਤਗੜੀ ਤਾਕਤ ਹੈ। ਜੋ ਪਈ ਦ્વੈਤ ਖੋਏ ਜਨ ਏਕ ਪਛਾਨਾ। ਉਹਨਾਂ ਨੇ ਬਚਨ ਰਾਹੀਂ ਕਿਹਾ ਹੈ ਵੀ ਜਿਨ੍ਹਾਂ ਨੇ ਦਵੈਤ ਭਾਵ ਖੋ ਲਿਆ, ਦੁਤੀਆ ਭਾਵ ਖੋ ਲਿਆ, ਭਾਵ ਜਿਨ੍ਹਾਂ ਨੇ ਇਹ ਚੀਜ਼ਾਂ ਛੱਡ ਦਿੱਤੀਆਂ ਵੀ ਉਹ ਦੂਸਰਾ ਮੈਂ ਦੂਸਰਾ ਹਾਂ, ਉਹ ਹਿੰਦੂ ਹੈ ਮੈਂ ਮੁਸਲਮਾਨ ਹਾਂ, ਜਿਨ੍ਹਾਂ ਨੇ ਇਹ ਦਵੈਤ ਭਾਵ ਨੂੰ ਖੋ ਕੇ ਤੇ ਇਹ ਇੱਕ ਖੁਦਾ ਨੂੰ ਪਛਾਣ ਲਿਆ ਵੀ ਨਹੀਂ ਭਾਈ ਸਾਰੇ ਪਰਮੇਸ਼ਰ ਹੀ ਹੈ। ਮਿਲ ਹੈ ਖੁਦਾਏ ਸੇ ਮਨ ਜਿਸ ਜਾਨਾ। ਉਹ ਸਿਆਣੇ ਮਨੁੱਖ ਹੈ, ਉਹ ਜਾ ਖੁਦਾ ਨੂੰ ਮਿਲਦੇ ਆ ਨਿਸ਼ਚਿੰਤ ਹੀ। ਮੈਂ ਕੋ ਕਿਨੋ ਵੰਜ ਉਠਾਉ। ਇਸ ਕਰਕੇ ਵੀ ਮਰੀਦ ਕਮਾਲ ਤੂੰ ਇੰਜ ਕਰੋ, ਬੜੇ ਵੱਡੇ ਦਰਵੇਸ਼ ਵੱਡੀ ਤਾਕਤ ਵਾਲੇ ਹੈ ਗੁਰੂ ਨਾਨਕ ਸਾਹਿਬ, ਤੂੰ ਇੰਜ ਕਰ ਵੀ ਮੈਨੂੰ ਕਿੰਨੋਂ ਕਹੀਏ, ਤੂੰ ਹੀ ਉੱਥੇ ਜਾ ਕੇ ਮੈਨੂੰ ਵੀ ਤੂੰ ਲੈ ਜਾ ਨਾਲ। ਤਿਹ ਦੀਦਾਰ ਕਰ ਔਰ ਸੁਖ ਪਾਉ। ਕਹਿੰਦੇ ਆ ਵੀ ਦੁਬਾਰਾ ਤੋਂ ਪੜ੍ਹ ਕੇ ਤਿਹ ਦੀਦਾਰ ਮੈਂ ਕੋ ਕਿਨੋ ਵੰਜ ਉਠਾਉ। ਮੈਂ ਕੋ ਕਿੰਨੋ ਵੰਝ ਉਠਾਉ। ਕਹਿੰਦੇ ਵੀ ਮੈਨੂੰ ਵੀ ਤੂੰ ਲੈ ਕੇ ਉੱਥੇ ਵੰਝ ਕਹੀਏ ਚੱਲ ਜਾ। ਤਿਹ ਦੀਦਾਰ ਕਰ ਔਰ ਸੁਖ ਪਾਉ। ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਇਹਦੇ ਵਿੱਚ ਮੈਂ ਵੀ ਸੁਖ ਪਾਵਾਂਗਾ। ਕਰ ਮਰੀਦ ਆਗਾ ਤਹਿ ਕਾਲਾ। ਕਹਿੰਦੇ ਉਸ ਵੇਲੇ ਸ਼ੇਖ ਬ੍ਰਹਮ ਨੇ ਆਪਣੇ ਮਰੀਦ ਕਮਾਲ ਨੂੰ ਅੱਗਿਆਂ ਲਾ ਕਰਕੇ ਛੱਡਿਓ ਪੀਰ ਸਿਵਕਾ ਪਰ ਚਾਲਾ। ਇਹ ਸ਼ੇਖ ਬ੍ਰਹਮ ਪੀਰ ਬਜ਼ੁਰਗ ਸੀ, ਜਿਸ ਕਰਕੇ ਪਾਲਕੀ ਵਿੱਚ ਚੜ ਕੇ ਤੇ ਚੱਲ ਪਿਆ। ਸ੍ਰੀ ਗੁਰ ਨਦਰ ਪਰੇ ਤਿਹ ਜਬ ਹੀ। ਗੁਰੂ ਨਾਨਕ ਸਾਹਿਬ ਜੀ ਜਦੋਂ ਇਹਦੀ ਨਜ਼ਰ ਵਿੱਚ ਪਏ ਵੀ ਸਾਹਮਣੇ ਗੁਰੂ ਨਾਨਕ ਸਾਹਿਬ ਵਿਰਾਜਮਾਨ ਬੈਠੇ ਹੋਏ ਐ, ਉੱਤਰ ਚੱਲਿਓ ਪੈਰ ਨ ਸੋ ਤਬ ਹੀ। ਉਸੇ ਵੇਲੇ ਉੱਤਰ ਕੇ ਤੇ ਪਾਲਕੀ ਵਿੱਚੋਂ ਉੱਤਰ ਕੇ ਤੇ ਆਪਣੇ ਪੈਰਾਂ ਨਾਲ ਤਦੋਂ ਚੱਲਿਆ ਹੈ। ਇਹ ਸ਼ੇਖ ਬ੍ਰਹਮ ਪੀਰ ਬਜ਼ੁਰਗ ਸੀ, ਫਿਰ ਵੀ ਪਾਲਕੀ ਸਾਹਿਬ ਛੱਡ ਕੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ, ਬਹੁਤ ਮਹਾਨ ਖੁਦਾ ਵੀ ਉਸੇ ਵੇਲੇ ਉੱਠ ਕੇ ਸਾਧ ਸੰਗਤ ਜੀ ਤੁਰ ਪਿਆ, ਨੰਗੇ ਪੈਰੀ ਨੰਗੇ ਚਰਨੀ ਬਿਨਾਂ ਜੁੱਤੀ ਦੇ। ਤੇ ਸਾਡੇ ਲਾਣੇ ਨੂੰ ਤੇ ਜਮਾ ਹੀ ਸਾਧ ਸੰਗਤ ਜੀ ਥੇੜ ਛੱਡ ਦਿੱਤਾ ਲੋਕਾਂ ਨੇ। ਜਿਹੜੀਆਂ ਗੱਡੀਆਂ ਉਹ ਸਿੱਧੀਆਂ ਲਿਆ ਕੇ ਗੁਰੂ ਘਰ ਲਿਆ ਕੇ ਆ ਮਾਰਦੇ ਆ। ਉਹਨਾਂ ਦਾ ਵਾਸ ਚੱਲੇ ਤੇ ਦਰਬਾਰ ਦੇ ਅੱਗੇ ਕਾਰਾਂ ਗੱਡੀਆਂ ਮੋਟਰਸਾਈਕਲ ਲਾ ਕੇ ਤੇ ਸਿੱਧਾ ਹੀ ਦਰਬਾਰ 'ਚ ਵੜਨ। ਤੇ ਉਹਨਾਂ ਨੂੰ ਇਹ ਨਹੀਂ ਸਮਝ ਵੀ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਰੂਪ ਹਨ ਤੇ ਮਹਾਰਾਜ ਅੱਗੇ ਤੇ ਨਿਮਾਣੇ ਹੋ ਕੇ ਜਾਣਾ ਚਾਹੀਦਾ ਹੈ। ਸਿੱਧੀਆਂ ਲਿਆ ਕੇ ਗੱਡੀਆਂ ਐਨ ਦਰਬਾਰ ਦੇ ਸਾਹਮਣੇ ਖੜੀਆਂ ਕਰ ਦਿੰਦੇ ਹੈ। ਇੱਧਰ ਇੱਕ ਪੀਰ ਹੈ ਮੁਸਲਮਾਨ ਸ਼ੇਖ ਬ੍ਰਹਮ,
ਜਿਸ ਨੇ ਵੇਖ ਹੀ ਲਿਆ ਦੂਰੋਂ ਵੀ ਗੁਰੂ ਨਾਨਕ ਸਾਹਿਬ ਜੀ ਦਿਸ ਰਹੇ ਬੈਠੇ ਹੋਏ ਸਾਹਮਣੇ, ਉਸੇ ਵੇਲੇ ਪਾਲਕੀ 'ਚ ਥੱਲੇ ਉਤਰ ਆਏ ਹੈ। ਪਾਲਕੀ 'ਚ ਥੱਲੇ ਉਤਰ ਕੇ ਤੇ ਨੰਗੇ ਚਰਨੀ ਚੱਲ ਕੇ ਤੇ ਗੁਰੂ ਨਾਨਕ ਸਾਹਿਬ ਜੀ ਵੱਲ ਚੱਲ ਪਏ। ਇਹ ਜਿਨ੍ਹਾਂ 'ਤੇ ਕਿਰਪਾ ਹੋਈ ਉਹ ਕਰਦੇ, ਬਾਕੀ ਤੇ ਸਭ ਭੁੱਲੇ ਫਿਰਦੇ ਹਨ ਰੱਬ ਨੂੰ। ਆਏ ਸਲਾਮਾ ਲੇਕਮ ਕਰਕੇ, ਆ ਕੇ ਸਤਿਗੁਰ ਜੀ ਪਾਸ ਤੇ ਸਲਾਮਾ ਲੇਕਮ ਕਰਕੇ, ਭਾਵ ਸਤਿਗੁਰ ਜੀ ਨੂੰ ਸਲਾਮ ਨਮਸਕਾਰ ਕਰਕੇ ਬੈਠਿਓ ਨਿਕਟ ਭਾਉ ਔਰ ਧਰਕ, ਬਹੁਤ ਹੀ ਹਿਰਦੇ ਵਿੱਚ ਪ੍ਰੇਮ ਪਿਆਰ ਧਾਰ ਕੇ ਸ਼ੇਖ ਬ੍ਰਹਮ ਪੀਰ ਜੀ ਸਤਿਗੁਰ ਜੀ ਦੇ ਪਾਸ ਹੋ ਕੇ ਬੈਠ ਗਏ। ਭੋਜਨ ਲਾਗਿਓ ਦੇਹੋ ਬਤਾਈ, ਤੇ ਪੁੱਛਣ ਲੱਗ ਪਿਆ ਵੀ ਮਹਾਰਾਜ ਆਪ ਦੱਸ ਦਿਓ ਆਗਾ ਕੈਸੋ ਹਾਲ ਬਿਹਾਈ, ਕਿ ਗੁਰੂ ਨਾਨਕ ਸਾਹਿਬ ਤਪਾ ਜੀ ਅੱਗੇ ਵੀ ਕੈਸਾ ਹਾਲ ਪਰਲੋਕ ਵਿੱਚ ਬੀਤਦਾ ਹੈ, ਦੋਜਕ ਵਿੱਚ, ਉਹ ਸੱਚੀ ਦਰਗਾਹ ਵਿੱਚ ਕੀ ਹਾਲ ਬੀਤਦਾ ਹੈ। ਆਗੇ ਕੈਸੋ ਹਾਲ ਬਿਹਾਈ, ਇਹ ਜਿਹੜੇ ਜੀਵ ਇੱਥੋਂ ਮਰ ਕੇ ਜਾਂਦੇ ਮਾਤ ਲੋਕ ਤੋਂ, ਉਹਨਾਂ ਦਾ ਵੀ ਕੈਸਾ ਹਾਲ ਅੱਗੇ ਮਹਾਰਾਜ ਹੁੰਦਾ, ਕੀ ਉਹਨਾਂ ਦੇ ਨਾਲ ਬੀਤਦੀ ਹੈ ਖੁਦਾ ਦੇ ਘਰ। ਦੋਹਰਾ ਗੁਰੂ ਭਨਾ ਦਰਗਾਹ ਮਹਿ, ਗੁਰੂ ਸਾਹਿਬ ਜੀ ਕਹਿਣ ਲੱਗੇ ਸ਼ੇਖ ਬ੍ਰਹਮ ਜੀ ਸੱਚੀ ਦਰਗਾਹ ਦੇ ਵਿੱਚ ਸਾਚੇ ਪਾਵਹਿ ਮਾਨਾ, ਜਿਹੜੇ ਰੱਬ ਦੇ ਪਿਆਰੇ ਸੱਚੇ ਵਾਹਿਗੁਰੂ ਵਿੱਚ ਮਿਲੇ ਜੁਲੇ ਹੈ, ਤੇ ਜਿਹੜੇ ਸੱਚੇ ਸੱਚ ਬੋਲਦੇ ਹੈ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜਿਹੜੇ ਝੂਠ ਨਹੀਂ ਬੋਲਦੇ, ਠੱਗੀਆਂ ਨਹੀਂ ਮਾਰਦੇ, ਫਰੇਬ ਨਹੀਂ ਕਰਦੇ, ਛਲ ਨਹੀਂ ਕਰਦੇ, ਅਭਿਮਾਨ ਨਹੀਂ ਕਰਦੇ, ਹੰਕਾਰ ਨਹੀਂ ਕਰਦੇ, ਉਹ ਸੱਚੇ ਰੱਬ ਦੇ ਉਸ ਦਰਗਾਹ ਵਿੱਚ ਜਾਂਦੇ, ਉੱਥੇ ਮਾਣ ਸਤਿਕਾਰ ਪਾਉਂਦੇ, ਸਾਚੀ ਦਰਗਾਹ ਪਾਵੈ ਮਾਨ। ਕੂੜੀ ਕੂੜਾ ਵੇਖ ਕੀ, ਆ ਜਿਹੜੇ ਭੇਖ ਧਾਰ ਕੇ ਝੂਠੇ ਲੋਕ ਤੇ ਝੂਠ ਹੀ ਬੋਲਦੇ ਆ, ਜਕੜ ਮਾਰਦੇ, ਝੂਠ ਦੇ ਝੂਠ ਬੋਲੀ ਜਾਂਦੇ, ਤਗੜਿਆਂ ਹੋ ਕੇ ਭੇਖ ਧਾਰ ਕੇ। ਤਿਨ ਕੋ ਤਹ ਨਹ ਥਾਨਾ, ਇਹੋ ਜਿਹੇ ਭੇਖਾਂ ਵਾਲਿਆਂ ਨੂੰ ਉੱਥੇ ਕੋਈ ਥਾਂ ਨਹੀਂ ਹੈ ਖੁਦਾ ਦੇ ਘਰ, ਉੱਥੇ ਤੇ ਜੁੱਤੀਆਂ ਹੀ ਪੈਂਦੀਆਂ ਹੈ। ਚੌਪਈ ਜਨਮਤ ਮਰਤ ਪਵਹਿ 84, ਉਹ ਜੰਮਦੇ ਆ ਮਰਦੇ ਆ 84 ਦੇ ਗੇੜ ਵਿੱਚ ਪੈਂਦੇ ਆ, ਪਏ ਰਹਿੰਦੇ, ਗੇੜੇ ਕੱਟਦੇ ਰਹਿੰਦੇ ਆ। ਸਦਾ ਰਹਤ ਤਿਨ ਘਰ ਜਮ ਫਾਸੀ, ਸ਼ੇਖ ਬ੍ਰਹਮ ਜੀ ਉਹਨਾਂ ਦੇ ਗਲ ਦੇ ਵਿੱਚ ਹਮੇਸ਼ਾ ਜਮਾਂ ਦੀ ਫਾਈ ਪਈ ਰਹਿੰਦੀ ਹੈ। ਵੱਡਾ ਹੋਆ ਦੁਨੀਦਾਰ ਗਾ ਸੰਗਲ ਘੱਟ ਚਲਾਇਆ, ਇੱਥੇ ਜਿਹੜਾ ਮਾਇਆ ਵਾਲਾ ਹੋ ਕੇ ਮਾਇਆ ਪ੍ਰਤਿਸ਼ਠਾ ਵਾਸਤੇ ਜਾਂ ਦੁਨੀਦਾਰ ਹੋ ਕੇ ਬਹੁਤਾ ਹੀ ਕੰਮ ਧੰਦਿਆਂ ਵਾਲਾ ਹੋ ਕੇ ਬੈਠਾ ਰਿਹਾ ਸੀ ਨਾ, ਉੱਥੇ ਗਲ ਵਿੱਚ ਸੰਗਲ ਪਾ ਕੇ ਚਲਾਉਂਦੇ ਆ, ਧੂਈ ਫਿਰਦੇ ਵੀ ਹੁਣ ਕਰਕੇ ਵਿਖਾ ਕੰਮ ਤੂੰ। ਸਨਮੁਖ ਬੈਠੇ ਸ੍ਰੀ ਗੁਣ ਖਾਨੀ, ਐਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਣਾਂ ਦੀ ਖਾਨ ਸ਼ੇਖ ਬ੍ਰਹਮ ਜੀ ਦੇ ਸਾਹਮਣੇ ਬੈਠੇ ਹੋਏ ਸਨ। ਪੀਰ ਹਿਰਦੇ ਕੀ ਸਭ ਵਿਦ ਜਾਨੀ, ਪੀਰ ਸ਼ੇਖ ਬ੍ਰਹਮ ਦੇ ਹਿਰਦੇ ਦੀ ਸਾਰੀ ਜਿਹੜੀ ਹੈ ਵਿਧੀ ਸਤਿਗੁਰੂ ਜੀ ਨੇ ਜਾਣ ਲਈ। ਕਾਬੇ ਦਿਸ਼ਾ ਹਤੋ ਤਿਹ ਬਦਨਾ, ਉਹ ਜਦੋਂ ਸ਼ੇਖ ਬ੍ਰਹਮ ਜੀ ਬੈਠੇ ਹੋਏ ਸਨ, ਉਹਨਾਂ ਦਾ ਜਿਹੜਾ ਮੁੱਖ ਸੀ ਉਸ ਵੇਲੇ ਕਾਬੇ ਮੰਦਰ ਦੀ ਤਰਫ ਭਾਵ ਪੱਛਮ ਦਿਸ਼ਾ ਵੱਲ ਹੈਗਾ ਸੀ। ਪ੍ਰਾਚੀ ਦੇਸ਼ ਮੁਖ ਸ੍ਰੀ ਸੁਖ ਸਦਨਾ, ਤੇ ਸਤਿਗੁਰ ਜੀ ਦਾ ਜਿਹੜਾ ਮੁੱਖ ਜੋ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਚੜ੍ਹਦੀ ਤਰਫ ਪੂਰਬ ਦੀ ਤਰਫ ਉਸ ਵੇਲੇ ਮੁੱਖ ਹੈ ਸੀ। ਸ਼ੁਭ ਉਪਦੇਸ਼ ਦੇਨ ਤਿਹ ਤਾਈ, ਪੀਰ ਸ਼ੇਖ ਬ੍ਰਹਮ ਜੀ ਨੂੰ ਚੰਗਾ ਉਪਦੇਸ਼ ਦੇਣ ਦੇ ਵਾਸਤੇ ਬਚਨ ਬਖਾਨੇ ਪੁਨ ਜਗ ਸਾਈ, ਜੋ ਸੰਸਾਰ ਦੇ ਸਾਈ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਬਚਨ ਕਹੇ ਪੀਰ ਜੀ ਦੇ ਦਿਲ ਦੀ ਜਾਣ ਕੇ। ਜਾਣਿਆ ਕਾਬੇ ਵਿੱਚ ਖੁਦਾਏ, ਮਹਾਰਾਜ ਕਹਿਣ ਲੱਗੇ ਪੀਰ ਸ਼ੇਖ ਬ੍ਰਹਮ ਜੀ ਤੁਸੀਂ ਜਿਵੇਂ ਕਾਬੇ ਦੀ ਤਰਫ ਮੁੱਖ ਕੀਤਾ ਨਾ, ਤੁਹਾਡੇ ਇਸ ਭਾਵ ਤੋਂ ਦਿਸ ਰਿਹਾ ਹੈ ਵੀ ਤੁਸੀਂ ਜਿਹੜੇ ਹੈ ਖੁਦਾ ਨੂੰ ਮੰਨਣ ਵਾਲੇ ਤੇ ਖੁਦਾ ਨੂੰ ਕਾਬੇ ਮੰਦਰ ਵਿੱਚ ਅਰਬ ਦੇ ਜੋ ਪਾਸੇ ਹੈ ਲਹਿੰਦੀ ਤਰਫ ਹੀ ਜਾਣਿਆ ਹੋਇਆ ਹੈ। ਤੁਮ ਜਾਣਤ ਹੋ ਔਰ ਨਾ ਜਾਏ, ਤੁਸੀਂ ਜਾਣਦੇ ਹੋ ਵੀ ਖੁਦਾ ਸਿਰਫ ਕਾਬੇ ਮੰਦਰ ਵਿੱਚ ਹੀ ਰਹਿੰਦਾ ਹੈ,
ਹੋਰ ਕਿਸੇ ਥਾਂ ਨਹੀਂ ਹੈਗਾ। ਜਿਵੇਂ ਗੁਰਬਾਣੀ ਵਿੱਚ ਹੀ ਬਚਨ ਆਉਂਦਾ ਹੈ ਭਗਤ ਮਹਾਰਾਜ ਜੀ ਦਾ ਕਿ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ, ਅਤੇ ਦਿਲ ਮੈਂ ਖੋਜ ਦਿਲੈ ਦਿਲ ਖੋਜ ਹੋ, ਇਹੀ ਠੌਰ ਮੁਕਾਮਾ। ਵੀ ਜਿਹੜੇ ਹਿੰਦੂ ਹੈ ਵਿਚਾਰੇ ਉਹ ਕਹਿੰਦੇ ਦੱਖਣ ਦੇਸ ਹਰੀ ਕਾ ਬਾਸਾ, ਉਹ ਕਹਿੰਦੇ ਵੀ ਜਗਨਨਾਥਪੁਰੀ ਜੀ ਪਰਮੇਸ਼ਰ ਦਾ ਵਾਸਾ ਹੈ, ਉੱਧਰ ਹੀ ਵਸਦਾ ਹੈ। ਅਤੇ ਜਿਹੜੇ ਮੁਸਲਮਾਨ ਪੱਛਮ ਅਲਹ ਮੁਕਾਮਾ, ਉਹ ਕਹਿੰਦੇ ਵੀ ਕਾਬੇ ਮੰਦਰ ਵਿੱਚ ਹੀ ਪਰ ਖੁਦਾ ਦਾ ਟਿਕਾਣਾ ਹੈ। ਪਰ ਅਸੀਂ ਕਹਿੰਦੇ ਹਾਂ ਹੇ ਭਾਈ ਦਿਲ ਮਹਿ ਖੋਜ, ਤੂੰ ਆਪਣੇ ਦਿਲ ਵਿੱਚ ਖੋਜ ਭਾਲ ਕਰ, ਦਿਲੈ ਦਿਲ ਖੋਜ ਹੋ, ਦਿਲ ਦੇ ਵਿੱਚ ਹੀ ਖੋਜ, ਇਹੀ ਠੌਰ ਮੁਕਾਮਾ। ਉਹ ਖੁਦਾ ਦਾ, ਉਹ ਹਰੀ ਦਾ ਇਹੀ ਭਾਈ ਟਿਕਾਣਾ ਹੈ, ਇਹੋ ਮੁਕਾਮ ਹੈ, ਇਹੋ ਉਹਦੀ ਥਾਂ ਹੈ। ਉਹ ਕਿਤੇ ਥੋੜ੍ਹੀ ਵੀ ਉਹ ਦੱਖਣ 'ਚ ਵੱਸਦਾ ਜਾਂ ਪੱਛਮ 'ਚ ਵੱਸਦਾ ਹੈ। ਉਹ ਪਰਮਾਤਮਾ ਦਾ ਜਿਹੜਾ ਦਿਲ ਵਿੱਚ ਖੋਜਣਾ, ਬੰਦੇ ਖੋਜ ਦਿਲ ਹਰ ਰੋਜ਼, ਇਹ ਜਿਹੜਾ ਦਿਲ ਵਿੱਚ ਹੀ ਹੈ ਪਰਮੇਸ਼ਰ ਹਿਰਦੇ ਵਿੱਚ, ਇਹਨੂੰ ਤੂੰ ਅੰਦਰੇ ਖੋਜ। ਭਗਤ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਉਹੀ ਉਹ ਸਮਝਾਉਣ ਲੱਗੇ ਹੈ। ਇਸ ਪ੍ਰਕਾਰ ਤੁਮ ਖੋਜਤ ਤਾਹੀਂ, ਤੁਸੀਂ ਸਮਝਦੇ ਹੋ ਵੀ ਕਾਬੇ ਮੰਦਰ ਵਿੱਚ ਹੀ ਹੈ ਪਰਮੇਸ਼ਰ, ਹੋਰ ਕਿਸੇ ਜਗ੍ਹਾ ਨਹੀਂ ਹੈ। ਇਸ ਪ੍ਰਕਾਰ ਤੁਸੀਂ ਉਸ ਖੁਦਾ ਨੂੰ, ਹੇ ਪੀਰ ਜੀ ਤੁਸੀਂ ਕਾਬੇ ਮੰਦਰ 'ਚ ਹੀ ਖੋਜਦੇ ਹੋ। ਜਿਉ ਕੋ ਵਸਤ ਹੋਏ ਜਲ ਮਾਹੀ, ਜਿਵੇਂ ਕੋਈ ਵਸਤੂ ਜਲ ਦੇ ਵਿੱਚ ਡੁੱਬੀ ਹੋਵੇ ਤੇ ਉਹਨੂੰ ਕੋਈ ਲੱਭੀ ਜਾਏ, ਭਾਲੀ ਜਾਏ। ਉਹ ਨਹਿ ਪਾਏ ਸਕੋਗੇ ਕਬਹੀ, ਇਹ ਸ਼ੇਖ ਬ੍ਰਹਮ ਪੀਰ ਜੀ ਐਵੇਂ ਤੇ ਤੁਸੀਂ ਖੁਦਾ ਨੂੰ ਕਦੀ ਪਾ ਹੀ ਨਹੀਂ ਸਕੋਗੇ। ਕੋਟ ਜਨਮ ਧਰ ਖੋਜੋ ਜਬ ਹੀ, ਆ ਜਨਮ ਕੀ ਜੇ ਤੁਸੀਂ ਕਰੋੜਾਂ ਜਨਮ ਹੀ ਧਾਰ ਕੇ ਖੋਜੋ ਨਾ ਪਰਮੇਸ਼ਰ ਨੂੰ, ਖੁਦਾ ਨੂੰ, ਤੁਸੀਂ ਤਾਂ ਵੀ ਨਹੀਂ ਲੱਭ ਸਕਦੇ। ਪੀਰ ਕਹੈ ਸੁਨ ਨਾਨਕ ਤਪਾ, ਪੀਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤਪਾ ਜੀ ਸੁਣੋ। ਤੁਰਕ ਦੀਨ ਕੋ ਕਾਬਾ ਥਪਾ, ਜਿਹੜੇ ਮੁਸਲਮਾਨ ਹੈ, ਮੁਸਲਮਾਨਾਂ ਦਾ ਮਜ਼ਹਬ, ਉਹਨਾਂ ਨੇ ਕਾਬੇ ਮੰਦਰ ਵਿੱਚ ਹੀ ਖੁਦਾ ਨੂੰ ਥਾਪਿਆ, ਸਥਿਤ ਕੀਤਾ ਜਾਣਿਆ ਹੋਇਆ ਹੈ। ਮੁਸਲਮਾਨਾਂ ਦਾ ਜਿਹੜਾ ਮਜ਼ਹਬ ਹੈ ਉਹ ਕਾਬੇ ਵਿੱਚ ਹੀ ਮਹਾਰਾਜ ਸਥਿਤ ਥਾਪਿਆ ਹੋਇਆ, ਉੱਥੇ ਹੀ ਜਾਣਦੇ ਖੁਦਾ ਨੂੰ ਸਾਰੇ। ਤਾਹੀਂ ਮੈਂ ਸ਼ਰਧਾ ਧਰ ਪੂਰੀ, ਉਸ ਖੁਦਾ ਵਿੱਚ ਵੀ ਕਾਬੇ ਵਿੱਚ ਰਹਿੰਦਾ, ਜਿਸ ਕਰਕੇ ਬਹੁਤ ਹੀ ਸ਼ਰਧਾ ਧਾਰ ਕੇ ਮੈਂ ਖੁਦਾਏ ਕੋ ਪਾਉ ਹਦੂਰੀ, ਮੈਂ ਬਹੁਤ ਹੀ ਸ਼ਰਧਾ ਉਹ ਕਾਬੇ ਵਿੱਚ ਹੀ ਰੱਖਦਾ, ਲੈਂਦੀ ਤਰਫ ਪੱਛਮ ਦਿਸ਼ਾ। ਇਸ ਕਰਕੇ ਮਹਾਰਾਜ ਮੈਂ ਖੁਦਾ ਨੂੰ ਹਦੂਰ ਆਪਣੇ ਕੋਲ ਹੀ ਪਾ ਲਵਾਂਗਾ। ਇਸੇ ਤਰ੍ਹਾਂ ਹਦੂਰੀ ਮੈਂ ਸਨਮੁਖ ਪਰ ਖੁਦਾ ਨੂੰ ਹਮੇਸ਼ਾ ਪਾਉਣਾ ਪੱਛਮ ਵੱਲ ਦੇਖ ਕੇ ਵੀ ਉੱਧਰ ਹੀ ਹੈ ਖੁਦਾ, ਜਿਸ ਕਰਕੇ ਮੈਂ ਖੁਦਾ ਨੂੰ ਆਪਣੇ ਨੇੜੇ ਹੀ ਪਾ ਲਵਾਂਗਾ ਜੀ। ਗੁਰੂ ਭਣਾ ਜੇ ਆਸਮਨ ਜਾਨੋ, ਗੁਰੂ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਜੇ ਤੁਸੀਂ ਇਸ ਤਰ੍ਹਾਂ ਮਨ ਵਿੱਚ ਜਾਣਦੇ ਹੋ ਨਾ ਵੀ ਖੁਦਾ ਕਾਬੇ ਵਿੱਚ ਹੀ ਹੈ ਇਕੱਲਾ, ਸੋ ਖੁਦਾਏ ਤੇ ਭੁਲਵਨ ਮਾਨੋ, ਫਿਰ ਤੁਸੀਂ ਉਹ ਖੁਦਾ ਤੋਂ ਆਪਣੇ ਆਪ ਨੂੰ ਭੁੱਲੇ ਹੋਏ ਮੰਨ ਲਓ, ਜਾਣ ਲਓ ਵੀ ਤੁਸੀਂ ਭੁੱਲੇ ਹੋਏ ਹੋ, ਤੁਹਾਡੀ ਭੁੱਲ ਹੈ ਬੜੀ ਤਗੜੀ। ਕਰਕੇ ਬੀਚ ਨਾ ਆਵਹਿ ਐਸੇ, ਇਸ ਤਰ੍ਹਾਂ ਕਰਨ ਨਾਲ ਤੇ ਤੁਹਾਡੇ ਮਨ ਬੁੱਧ ਰੂਪੀ ਹੱਥਾਂ ਵਿੱਚ ਦੇ ਕਦੀ ਵੀ ਨਹੀਂ ਖੁਦਾ ਆਵੇਗਾ। ਹੋਏ ਬਿਅਰਥ ਮਥਨ ਜਲ ਜੈਸੇ, ਜਿਸ ਤਰ੍ਹਾਂ ਪੀਰ ਜੀ ਕੋਈ ਜਲ ਨੂੰ ਰਿੜਕੀ ਜਾਏ, ਮਧਾਣੀ ਪਾ ਕੇ ਰਿੜਕੀ ਜਾਏ, ਉਹ ਵਿਅਰਥ ਹੀ ਹੋ ਜਾਂਦਾ। ਵੀ ਜਲ ਵਿੱਚੋਂ ਰਿੜਕਿਆ ਕੀ ਨਿਕਲਣਾ, ਉਹਦੇ ਵਿੱਚ ਕੀ ਹੈ? ਪਾਣੀ ਵਿੱਚ ਮਧਾਣੀ ਪਾ ਕੇ ਕੋਈ ਘੋਟਣਾ ਲਾਈ ਜਾਵੇ, ਰਿੜਕੀ ਜਾਏ, ਤਾਂ ਜਲ ਵਿੱਚੋਂ ਕੀ ਨਿਕਲਣਾ? ਕੁਝ ਵੀ ਨਹੀਂ। ਇਸੇ ਤਰ੍ਹਾਂ ਪੀਰ ਜੀ ਜੇ ਤੁਸੀਂ ਜਾਣੋ ਵੀ ਖੁਦਾ ਇੱਕ ਕਾਬੇ ਵਿੱਚ ਹੀ ਵਸਦਾ ਹੈ ਅਤੇ ਕੀ ਪ੍ਰਾਪਤ ਹੋਣਾ? ਕੁਝ ਨਹੀਂ ਪ੍ਰਾਪਤ ਹੋਣਾ। ਉਹ ਪਰਮਾਤਮਾ ਦੇ ਸਾਰੇ ਥਾਂ ਹੀ ਰਵਿਆ ਹੋਇਆ ਹੈ, ਉਹਦੇ ਸੁੰਨ ਸਮਾਧੀ ਪਰਮੇਸ਼ਰ ਥਾਂ ਥਾਂ 'ਤੇ ਏਕੋ ਹੈ, ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹਦੇ ਸਰਬ ਵਿਆਪਕ ਹੈ ਪਰਮਾਤਮਾ, ਅਤੇ ਉਹਨੂੰ ਐਵੇਂ ਲੱਭੀ ਜਾਣਾ ਇਹ ਸੋਚ ਕੇ ਵੀ ਇੱਕੇ ਥਾਂ ਵਸਦਾ ਕਾਬੇ ਵਿੱਚ ਹੀ ਹੈ, ਐਸਾ ਨਹੀਂ ਹੈ। ਉਹ ਵਿਆਪਕ ਪਰਮਾਤਮਾ 'ਤੇ ਸਾਰੇ ਥਾਂ ਹੀ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਕੁਝ ਨਹੀਂ ਮਿਲੇਗਾ।
ਜਿਵੇਂ ਜਲ ਵਿੱਚ ਰਿੜਕਣਾ ਪਾ ਲਵੇ ਤੇ ਕੁਝ ਨਹੀਂ ਨਿਕਲਦਾ ਹੈ। ਕਹ ਪੀਰ ਸੁਨ ਨਾਨਕ ਤਾਂਡਾ। ਉਸ ਵੇਲੇ ਪੀਰ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਜੋ ਤੁਹਾਡਾ ਸ਼ਬਦ ਸੀ, ਬੈਂਤ ਸੁਨਿਓ ਹਰਖਿਓ ਮਨ ਮੈਂਡਾ। ਜਦੋਂ ਮੈਂ ਤੁਹਾਡਾ ਬੈਂਤ ਉਹ ਸੁਣਿਆ ਵੀ ਦੂਜਾ ਕਾਹੇ ਸਿਮਰੀਐ, ਜੈਸ ਜੰਮੈ ਤੈ ਮਰ ਜਾਏ, ਏਕੋ ਸਿਮਰੈ ਨਾਨਕਾ ਜਲ ਥਲ ਰਹਾ ਸਮਾਏ। ਇਹ ਜਦੋਂ ਮੈਂ ਮਹਾਰਾਜ ਆਪ ਜੀ ਦਾ ਬੈਂਤ ਸ਼ਬਦ ਸੁਣਿਆ ਸ਼ਲੋਕ, ਉਦੋਂ ਮੇਰਾ ਮਨ ਬੜਾ ਪ੍ਰਸੰਨ ਖੁਸ਼ ਹੋਇਆ ਸੀ। ਦੋਹਰਾ ਔਰ ਵਿਚਾਰ ਮੈਂ ਤਬ ਕਰਿਓ। ਉਦੋਂ ਮੈਂ ਆਪਣੇ ਮੁਰੀਦ ਕਮਾਲ ਤੋਂ ਸੁਣ ਕੇ ਤੇ ਕਹਿੰਦੇ ਆ ਵੀ ਮੈਂ ਇਹ ਵਿਚਾਰ ਦੇ ਵਿੱਚ ਕੀਤੀ ਕਿ ਉਹਨਾਂ ਦਾ ਤੇ ਜ਼ਰੂਰ ਦਰਸ਼ਨ ਕਰਨਾ ਚਾਹੀਦਾ ਹੈ। ਜਿਨ ਅਸ ਬੈਂਤ ਬਣਾਏ। ਮੈਂ ਇਹਦੇ ਵਿੱਚ ਵਿਚਾਰ ਕੀਤੀ ਵੀ ਜਿਨ੍ਹਾਂ ਨੇ ਐਸਾ ਬਹੁਤ ਉੱਚ ਅਵਸਥਾ ਦਾ ਬੈਂਤ ਸ਼ਲੋਕ ਉਚਾਰਨ ਕੀਤਾ ਹੈ। ਜਿਨ ਅਸ ਬੈਂਤ ਬਣਾਏ। ਜਿਨ੍ਹਾਂ ਨੇ ਐਸਾ ਬੈਂਤ ਬਣਾਇਆ ਹੈ, ਤਿਨ ਕੋ ਦਰਸ਼ਨ ਕੀਜੀਏ। ਤੇ ਉਹਨਾਂ ਮਹਾਤਮਾ ਦਰਵੇਸ਼ਾਂ ਦਾ ਦਰਸ਼ਨ ਵੀ ਜ਼ਰੂਰ ਕਰਨਾ ਚਾਹੀਦਾ, ਦਰਸ਼ਨ ਕਰੀਏ। ਆਇਓ ਤੁਰਤ ਇਥਾਏ। ਇਸ ਕਰਕੇ ਮੈਂ ਬੜੀ ਛੇਤੀ ਨਾਲ ਤਿਆਰੀ ਕਰਕੇ ਦਰਵੇਸ਼ ਤਪਾ ਗੁਰੂ ਨਾਨਕ ਸਾਹਿਬ ਜੀ, ਜਿੱਥੇ ਤੁਸੀਂ ਹੁਣ ਇੱਥੇ ਬੈਠੇ ਹੋਏ ਹੋ, ਇੱਥੇ ਮੈਂ ਛੇਤੀ ਦੇ ਕੇ ਆਇਆ ਹਾਂ। ਚੌਪਈ ਦੋ ਹੱਦਨ ਮਹਿ ਏਕ ਬਤਾਇਓ। ਜੋ ਆਪ ਜੀ ਨੇ ਦੋ ਹੱਦਾਂ ਵਿੱਚ, ਭਾਵ ਇੱਕ ਮੁਸਲਮਾਨ ਇੱਕ ਹਿੰਦੂ ਹੈ, ਇਹਨਾਂ ਦੋਵਾਂ ਵਿੱਚ ਇੱਕ ਖੁਦਾ ਇਹਨੂੰ ਹੀ ਦੱਸਿਆ ਹੈ ਵੀ ਉਸ ਖੁਦਾ ਦਾ ਹੀ ਜਲਵਾ ਹੈ, ਉਹਦਾ ਹੀ ਰੌਸ਼ਨ ਹੈ, ਉਹਦੀ ਜੋਤ ਹੈ। ਤਾਕੋ ਸੇਵਨ ਹੈ ਫਰਮਾਇਓ। ਕਿ ਉਸ ਖੁਦਾ ਨੂੰ ਹੀ ਸੇਵਣਾ ਹੈ, ਉਹਨੂੰ ਹੀ ਸਿਮਰੀਏ, ਯਾਦ ਕਰੀਏ, ਆਪ ਜੀ ਨੇ ਫਰਮਾਇਆ ਹੈ। ਤੁਮਾਤੇ ਨਿਸ਼ਾ ਹਮਾਰੀ ਹੋਵਹਿ। ਐਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦੇ ਬਚਨ ਸੁਣ ਕੇ ਜਿਹੜੀ ਹੈ ਮੇਰੀ ਤਸੱਲੀ ਹੋ ਗਈ, ਖਾਤਰ ਜਮਾ ਹੋ ਗਈ ਹੈ। ਸਭ ਸੰਦੇਹ ਹਿਰਦੇ ਤੇ ਖੋਵਹਿ। ਇਸ ਕਰਕੇ ਮੈਂ ਤੁਹਾਡੇ ਨਾਲ ਬਚਨ ਕਰਕੇ ਸਾਰੇ ਜਿਹੜੇ ਸੰਸ਼ੇ ਹੈ ਹਿਰਦੇ ਦੇ ਖੋ ਲਵਾਂਗਾ, ਨਾਸ ਕਰ ਲਵਾਂਗਾ। ਜਿਉਂ ਜਿਉਂ ਬਚਨ ਸੁਨੋ ਨਿਜ ਕਾਨੇ। ਕਿਉਂਕਿ ਦਰਵੇਸ਼ ਗੁਰੂ ਨਾਨਕ ਸਾਹਿਬ ਜੀ ਜਿਉਂ ਜਿਉਂ ਮੈਂ ਤੁਹਾਡੇ ਬਚਨ ਆਪਣੇ ਕੰਨਾਂ ਵਿੱਚ ਧਿਆਨ ਨਾਲ ਸੁਣਦਾ ਹਾਂ, ਤਿਉਂ ਤਿਉਂ ਸਾਤ ਹੋਤ ਭ੍ਰਮਹਾਨੇ। ਤਿਵੇਂ ਤਿਵੇਂ ਮੈਨੂੰ ਸ਼ਾਂਤੀ ਹੁੰਦੀ ਹੈ ਤੇ ਭਰਮ ਮੇਰਾ ਨਾਸ ਹੁੰਦਾ ਹੈ। ਸੇਤ ਉਦਦ ਭਵ ਬਚਨ ਹਤ, ਸੇਤ ਉਦਦ ਭਵ ਬਚਨ ਤੁਮਾਰੇ। ਆਪ ਜੀ ਦੇ ਜਿਹੜੇ ਬਚਨ ਹੈ ਗੁਰੂ ਨਾਨਕ ਸਾਹਿਬ ਤਪਾ ਜੀ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਪੁਲ ਦੀ ਨਿਆਈ ਹਨ। ਜਿਸ ਤੇ ਦੁਆਤ ਹੈ ਮਿਟਦ ਹਮਾਰੇ। ਜਿਨ੍ਹਾਂ ਬਚਨਾਂ ਨੂੰ ਸੁਣ ਸੁਣ ਕੇ ਸਾਡਾ ਜਿਹੜਾ ਦਵੈ ਦੁਤੀਆ ਭਾਵ ਨਾਸ ਹੋ ਰਿਹਾ, ਮਿਟ ਰਿਹਾ ਹੈ। ਬਾਨ ਸਮਾਨ ਗਿਆਨ ਨਿਸ਼ਾਨਾ। ਆਪ ਜੀ ਦੇ ਬਚਨ ਜਿਹੜੇ ਤੀਰਾਂ ਸਮਾਨ ਹੈ, ਤਿੱਖੇ ਤੀਰਾਂ ਸਮਾਨ ਹੈ, ਤੇ ਸਾਡੇ ਜਿਹੜਾ ਅਗਿਆਨ ਨਿਸ਼ਾਨਾ ਹੈ। ਨੀਕੇ ਹਨ ਹੈ ਕਰਤ ਸਭ ਹਾਨਾ। ਅਗਿਆਨ ਰੂਪੀ ਨਿਸ਼ਾਨੇ ਤੇ ਤੁਹਾਡੇ ਬਚਨਾਂ ਰੂਪੀ ਜਿਹੜੇ ਤੀਰ ਹੈ ਉਹ ਜਦੋਂ ਵੱਜਦੇ ਆ ਤੁਸੀਂ ਮਾਰਦੇ ਹੋ ਚੰਗੀ ਤਰ੍ਹਾਂ, ਸਾਰੇ ਉਹ ਚੰਗੀ ਤਰ੍ਹਾਂ ਅਗਿਆਨ ਰੂਪੀ ਨਿਸ਼ਾਨੇ ਨੂੰ ਨਾਸ ਕਰੀ ਜਾਂਦੇ ਆ। ਬੁੱਝੋ ਇੱਕ ਸਵਾਲ ਸੋ ਕਹੀਏ। ਫਿਰ ਕਹਿਣ ਲੱਗੇ ਸ਼ੇਖ ਬ੍ਰਹਮ ਜੀ ਗੁਰੂ ਨਾਨਕ ਸਾਹਿਬ ਤਪਾ ਜੀ, ਮੈਂ ਇੱਕ ਸਵਾਲ ਪੁੱਛਦਾ, ਉਹਦਾ ਉੱਤਰ ਆਪ ਕਹੀਏ। ਮੇਰੋ ਭਰਮ ਸਰਬ ਅਬ ਦਹੀਏ। ਜਿਹੜਾ ਮੇਰੇ ਹਿਰਦੇ ਵਿੱਚ ਭਰਮ ਹੈ ਉਹ ਸਾਰਾ ਹੀ ਨਾਸ ਕਰ ਦਈਏ। ਸ਼ਲੋਕ ਫਰੀਦਾ ਪਾੜ ਪਟੋਲਾ ਤਜ ਕਰੀ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਸਾਡੇ ਜੋ ਵੱਡੇ ਫਰੀਦ ਸਾਹਿਬ ਜੀ ਹੋਏ ਹੈ, ਸ਼ੇਖ ਫਰੀਦ ਜੀ, ਉਹਨਾਂ ਦੇ ਬਚਨ ਹੈ ਵੀ ਜਿਹੜਾ ਪਟੋਲਾ ਕਹੀਏ ਰੇਸ਼ਮ ਦੇ ਵਸਤਰ ਹੈ, ਉਹਨਾਂ ਨੂੰ ਪਾੜ ਕੇ ਧਜ ਕਰੀ ਝੰਡੀ ਬਣਾਉਣਾ ਕਰੇ ਜੀਵ ਰੂਪ ਇਸਤਰੀ। ਉਹਨੂੰ ਰੇਸ਼ਮ ਦੇ ਕੱਪੜਿਆਂ ਨੂੰ ਪਾੜ ਕੇ ਧਜ ਕਰੀ, ਭਾਵ ਟੱਲੀਆਂ ਕਰੀਏ, ਭਾਵ
ਉਹਨਾਂ ਨੂੰ ਲੀਰਾਂ ਲੀਰਾਂ ਕਰਕੇ ਬਣਾਉਣਾ ਕਰੇ। ਕੰਬਲੜੀ ਪਹਿਰਿਓ ਤੇ ਕੀ ਕਰੇ ਵੀ ਰੇਸ਼ਮ ਦੇ ਕੱਪੜੇ ਜਿਹੜੇ ਆ ਨਾ, ਸੋਹਣੇ ਵਸਤਰ, ਉਹਨਾਂ ਨੂੰ ਪਾੜ ਪਾੜ ਕੇ ਲੀਰਾਂ ਕਰ ਦੇਵੇ, ਲੀਰਾਂ ਬਣਾਉਣੀਆਂ ਕਰ ਦੇਵੇ ਉਹਨਾਂ ਦੀਆਂ। ਤੇ ਜਿਹੜੀ ਕੰਬਲੀ ਹੈ ਕਾਲੇ ਰੰਗ ਦੀ ਜਾਂ ਭੂਰੇ ਰੰਗ ਦੀ, ਉਹ ਪਹਿਨਣਾ ਕਰੇ। ਜਿਨੀ ਵੇਸੀ ਸੋ ਮਿਲਾ ਅਸੀਂ ਦੇ ਕਹਿੰਦੇ ਆ, ਹੇ ਮਰੀਦੋ ਦਰਵੇਸ਼ੋ, ਰੱਬ ਨੂੰ ਮੰਨਣ ਵਾਲਿਓ, ਆ ਜਿਨ੍ਹਾਂ ਵੇਸਾਂ ਲਿਬਾਸਾਂ ਨਾਲ ਹੀ ਉਹ ਖੁਦਾ ਪਰਮੇਸ਼ਰ ਪਰਮਾਤਮਾ ਮਿਲੇ, ਸੇਈ ਵੇਸ ਕਰਿਓ। ਉਹੀਓ ਵੇਸ ਹੀ ਜਿਹੜਾ ਤੁਸੀਂ ਕਰ ਲਓ, ਉਹੀਓ ਭੇਖ ਕਰ ਲਓ। ਜਿਹੜੇ ਭੇਖ ਕੀਤਿਆਂ ਖੁਦਾ ਮਿਲ ਜਾਵੇ ਨਾ, ਉਹ ਭੇਖ ਭਾਈ ਕਰ ਲੈਣਾ ਚਾਹੀਦਾ। ਇਹ ਬਾਬਾ ਫਰੀਦ ਜੀ ਕਹਿ ਰਹੇ ਆ, ਵੇਖ ਲਓ ਕਿੰਨਾ ਡੂੰਘਾ ਸਿਧਾਂਤ ਹੈ ਵੀ ਭਾਈ ਜਿਸ ਵੇਸ ਦੇ ਨਾਲ, ਲਿਬਾਸ ਨਾਲ ਹੀ ਖੁਦਾ ਮਿਲ ਜਾਵੇ, ਉਹੀਓ ਧਾਰਨ ਕਰ ਲਓ, ਪਾ ਲਓ, ਤੁਸੀਂ ਧਾਨੀ ਹੋ ਜਾਓਗੇ। ਪਾਓ ਗੋਦੜੀਆਂ ਮਿਲਦੀਆਂ, ਕੰਬਲੀਆਂ ਹੀ ਪਾ ਲਓ, ਗੋਦੜੀਆਂ ਪਾ ਲਓ, ਮਾੜੇ ਕੱਪੜੇ ਪਾ ਲਓ, ਮੈਲੇ ਰਹਿ ਕੇ ਦਿਨ ਕੱਟ ਲਓ, ਪਰ ਖੁਦਾ ਮਿਲ ਜਾਵੇ, ਚੰਗੀ ਗੱਲ ਹੋ ਜੂਗੀ। ਤੇ ਕਈ ਲੋਕ ਕਹਿਣਗੇ ਜੀ ਇਹ ਲਿਬਾਸ ਦੀ ਕੀ ਲੋੜ ਜੀ, ਬਾਣਿਆਂ ਨਾਲ ਥੋੜ੍ਹੀ ਕੁਝ ਮਿਲਦਾ ਹੈ। ਨਹੀਂ ਭਾਈ, ਬਾਬਾ ਫਰੀਦ ਜੀ ਦਾ ਸਿਧਾਂਤ ਵੀ ਬਹੁਤ ਤਗੜਾ ਹੈ। ਹੁਣ ਜਿਹੜਾ ਕੋਈ ਗੁਰੂ ਦਾ ਧਾਰਨ ਕਰੇ ਗੁਰਮਤਿ, ਉਹਨੂੰ ਭੇਖ ਧਾਰਨਾ ਹੀ ਪੈਂਦਾ, ਉਹਨੂੰ ਅੰਮ੍ਰਿਤ ਛਕਣਾ ਪੈਂਦਾ, ਕਛਹਿਰਾ ਧਾਰਦਾ, ਗਾਤਰਾ ਪਾਉਂਦਾ, ਕੇਸ ਰੱਖਦਾ, ਦਸਤਾਰ ਸਜਾਉਂਦਾ। ਇਹ ਲਿਬਾਸ ਨਹੀਂ ਤੇ ਹੋਰ ਕੀ ਹੈ। ਇਹ ਲਿਬਾਸ ਹੋਊਗਾ ਤੇ ਫਿਰ ਹੀ ਉਹ ਅੰਮ੍ਰਿਤ ਛਕੂਗਾ। ਤੇ ਜੇ ਹੁਣ ਇਹ ਆਖੇ ਮੈਂ ਲਿਬਾਸ ਦੇ ਨਾਲ ਰੱਬ ਨਹੀਂ ਮਿਲਦਾ ਤੇ ਮੈਂ ਗਾਤਰਾ ਨਹੀਂ ਪਾਉਣਾ, ਮੈਂ ਉੱਦਾਂ ਹੀ ਰੱਬ ਨੂੰ ਮਿਲ ਜਾਵਾਂ, ਉਹ ਕਿਵੇਂ ਹੋ ਜਾਊਗਾ। ਇਹ ਤੇ ਜਿਹੋ ਜਿਹੇ ਵੇਸ ਕਹਿੰਦੇ ਬਾਬਾ ਫਰੀਦ ਜੀ ਆਪਣੇ ਵੱਲੋਂ ਕਹਿ ਰਹੇ, ਸਿਧਾਂਤ ਨਾਲ ਬੜੇ ਡੂੰਘੇ ਵਿਰਾਗ ਨਾਲ ਹੀ ਕਹਿ ਰਹੇ ਆ ਵੀ ਸੋਹਣੇ ਸੋਹਣੇ ਵਸਤਰ ਜਿਹੜੇ ਰੇਸ਼ਮ ਦੇ, ਉਹ ਪਾੜ ਕੇ ਉਹਦੀਆਂ ਤੇ ਲੀਰਾਂ ਹੀ ਬਣਾ ਦੇਵੇ, ਤੇ ਹੇ ਪਰਮੇਸ਼ਰ ਖੁਦਾ ਕੰਬਲੀ ਪਹਿਨ ਲਵੇ। ਤੇ ਅਸੀਂ ਤੇ ਕਹਿੰਦੇ ਵੀ ਜਿਨ੍ਹਾਂ ਵੇਸਾਂ ਨਾਲ ਹੀ ਉਹ ਖੁਦਾ ਮਿਲਦਾ, ਉਹੀਓ ਵੇਸ ਭਾਈ ਕਰ ਲਓ, ਉਹੀਓ ਕੱਪੜੇ ਪਾ ਲਓ, ਮਾੜੇ ਚੰਗੇ। ਦੋਹਰਾ ਇੱਕ ਖੁਦਾਏ ਜੋ ਤਮ ਕਹਿਓ। ਗੁਰੂ ਨਾਨਕ ਸਾਹਿਬ ਜੀ, ਜੋ ਤੁਸਾਂ ਨੇ ਇੱਕ ਖੁਦਾ ਨੂੰ ਹੀ ਸਾਰੇ ਪਾਸੇ ਕਹਿਆ ਹੈ, ਕੈਸੇ ਪਾਵਾਂ ਸੋਏ। ਉਸ ਨੂੰ ਮੈਂ ਵੀ ਕਿਸ ਤਰ੍ਹਾਂ ਪਾਵਾਂ, ਕਿ ਜਾਂ ਜਿਸ ਤਰ੍ਹਾਂ ਸਾਡੇ ਵੱਡੇ ਫਰੀਦ ਜੀ ਨੇ ਕਿਹਾ ਹੈ ਉਸੇ ਤਰ੍ਹਾਂ ਕਰ ਕਰਾ ਲਵਾਂ। ਪਟ ਉਤਾਰ ਬਨ ਜਾਏ ਹਾਂ। ਪੱਟ ਉਤਾਰ ਵੀ ਕੱਪੜੇ ਉਤਾਰ ਕੇ ਜੰਗਲ ਵਿੱਚ ਚਲਿਆ ਜਾਵਾਂ ਮੈਂ। ਮੋਹ ਕਟੰਬ ਕੋ ਖੋਏ। ਜਿਹੜਾ ਪਰਿਵਾਰ ਦਾ ਮੋਹ ਹੈ ਉਹ ਵੀ ਛੱਡਦਿਆਂ ਇਹਨਾਂ ਨੂੰ ਵੀ ਛੱਡ ਕੇ ਚਲਿਆ ਜਾਵਾਂ ਜੰਗਲ ਵਿੱਚ, ਇਹ ਕੰਮ ਕਰ ਲਵਾਂ। ਜੋ ਪਈ ਖਿੰਥਾ ਕਮਰੀ ਕੀ ਗਲ ਪਾਵਾ। ਜਿਵੇਂ ਵੀ ਫਿਰ ਗੁਰੂ ਨਾਨਕ ਸਾਹਿਬ ਸਾਡੇ ਸ਼ੇਖ ਫਰੀਦ ਜੀ ਕਹਿੰਦੇ ਕਿ ਉਸ ਤਰ੍ਹਾਂ ਕਰ ਲਵਾਂ ਵੀ ਜਿਹੜੀ ਗੋਦੜੀ ਹੈ, ਲੀਰਾਂ ਟਾਕੀਆਂ ਦੀ ਬਣੀ ਹੋਈ ਕਮਲੀ ਹੈ, ਉਹ ਗਲ ਵਿੱਚ ਪਾ ਲਵਾਂ। ਸਤ ਬਨਤਾ ਕੋ ਮੁਖ ਨਾ ਦਿਖਾਵਾ। ਐਸਾ ਛੱਡ ਕੇ ਚਲਾ ਜਾਵਾਂ ਪਰਿਵਾਰ ਨੂੰ ਵੀ, ਪੁੱਤਰ ਧੀਆਂ ਘਰ ਵਾਲੀ ਨੂੰ ਵੀ ਮੁਖ ਨਾ ਦਿਖਾਵਾਂ ਕਦੀ। ਜਿਸ ਬਿਦ ਪਿਆਰੇ ਕੋ ਹੋਇਆ ਮੇਲਾ। ਜਿਸ ਤਰ੍ਹਾਂ ਵੀ ਉਹ ਖੁਦਾ ਪਿਆਰੇ ਦਾ ਮੇਲ ਜੋਲ ਹੋ ਜਾਏ, ਉਹ ਮਿਲ ਜਾਵੇ। ਸੋਈ ਕਹੋ ਅਨੰਤ ਕੋ ਪਹਿਲਾ। ਗੁਰੂ ਨਾਨਕ ਸਾਹਿਬ ਜੀ, ਉਹੀਓ ਢੰਗ ਤਰੀਕਾ ਮੈਨੂੰ ਕਹਿ ਦਿਓ, ਦੱਸ ਦਿਓ ਸਾਧਨ, ਤੇ ਮੈਂ ਜਿਸ ਕਰਕੇ ਹੋਰ ਸਾਧਨਾਂ ਨੂੰ ਛੱਡ ਦੇਵਾਂ। ਕਿਸ ਬਿਦ ਕਰਾਂ ਸੇਵ ਮੈਂ ਤਾਂ ਕੀ। ਆਪ ਹੀ ਮੈਨੂੰ ਦੱਸੋ ਵੀ ਉਹ ਖੁਦਾ ਦੀ ਮੈਂ ਕਿਸ ਤਰ੍ਹਾਂ ਸੇਵਾ ਕਰਾਂ, ਕਿਵੇਂ ਉਹਨੂੰ ਯਾਦ ਕਰਾਂ, ਸਿਮਰਨ ਕਰਾਂ ਉਹਦਾ। ਜਿਸ ਤੇ ਛੂਟਹਿ ਜਮ ਕੀ ਬਾਕੀ। ਜਿਸ ਕਰਕੇ ਮੇਰੀ ਜਿਹੜੀ ਜਮਾ ਦੀ ਬਾਕੀ ਹੈ ਨਾ, ਕਰਜ਼ਾ ਲੇਖਾ ਜੋਖਾ ਛੁੱਟ ਜਾਏ। ਵਚਨ ਪੀਰ ਕੇ ਸੁਨ ਸੁਖ ਸਦਨੰ। ਪੀਰ ਸ਼ੇਖ ਬ੍ਰਹਮ ਦੇ ਬਚਨ ਸੁਣ ਕੇ ਜੋ ਸੁੱਖਾਂ ਦੇ ਘਰ ਹੈ ਗੁਰੂ ਨਾਨਕ ਸਾਹਿਬ ਜੀ। ਕਹਿਓ ਸਲੋਕ ਆਪ ਸ੍ਰੀ ਬਦਨੰ। ਆਪ ਮਹਾਰਾਜ ਜੀ ਨੇ ਸਲੋਕ ਕਿਹਾ ਹੈ ਸੁਭਾਏ ਮਾਨ ਮੁਖ ਤੋਂ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪੇਰਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸ਼ੇਖ ਬ੍ਰਹਮ ਜੀ ਵੀ ਉਹ ਜੋ ਖੁਦਾ ਪਿਰਪਤੀ ਹੈ ਨਾ, ਪਰਮਾਤਮਾ, ਉਹ ਘਰ ਹੀ ਵਿੱਚ ਹੈ, ਸਰੀਰ ਰੂਪੀ ਘਰ ਵਿੱਚ ਹੀ ਹੈ, ਹਿਰਦੇ ਰੂਪੀ ਘਰ ਵਿੱਚ ਹੀ ਹੈ। ਪਰ ਜਿਹੜੀ ਮੁੰਦ
ਅਗਿਆਤ ਜੀਵ ਰੂਪੀ ਇਸਤਰੀ ਨਾ ਬੇਸਮਝ, ਜਿਹਨੂੰ ਸਮਝ ਨਹੀਂ ਹੈ, ਉਹ ਅਗਿਆਨ ਦੇ ਵੱਸ ਹੋਈ ਅਗਿਆਤ ਰੂਪੀ ਜੀਵ ਰੂਪੀ ਇਸਤਰੀ ਇਹ ਸਮਝਦੀ ਆ ਵੀ ਪਰਮੇਸ਼ਰ ਪਤੀ ਮੇਰਾ ਮਾਲਕ ਵਿਦੇਸ਼ ਵਿੱਚ ਹੈ, ਭਾਵ ਜੰਗਲ ਬੇਲਾਂ ਇਵੇਂ ਪਹਾੜਾਂ ਕੰਧਰਾਂ ਗੁਫਾ ਵਿੱਚ ਲੁਕਿਆ ਹੋਇਆ ਹੈ। ਨਿਤ ਝੂਰੇ ਸੰਭਾਲੇ, ਜਿਸ ਕਰਕੇ ਹਮੇਸ਼ਾ ਝੂਰਦੀ ਹੈ, ਮਰਦੀ ਹੈ, ਖਪਦੀ ਉਹ ਜੀਵ ਰੂਪੀ ਇਸਤਰੀ ਤੇ ਸੰਭਾਲਦੀ ਚੇਤੇ ਕਰਦੀ ਉਸ ਪਰਮਾਤਮਾ ਨੂੰ। ਮਿਲਦਿਆਂ ਢਿੱਲ ਨਾ ਹੋਵਈ, ਅਸੀਂ ਕਹਿੰਦੇ ਆ ਸ਼ੇਖ ਬ੍ਰਹਮ ਪੀਰ ਜੀ, ਮਿਲਦਿਆਂ ਖੁਦਾ ਨੂੰ ਢਿੱਲ ਨਹੀਂ ਹੁੰਦੀ, ਢਿੱਲ ਮੱਠ ਨਹੀਂ ਹੁੰਦੀ। ਜੇ ਨੀਅਤ ਰਾਸ ਕਰੇ, ਜੇ ਜੀਵ ਰੂਪੀ ਇਸਤਰੀ ਨੀਅਤ ਆਪਣੀ ਚੰਗੀ ਕਰੇ ਨਾ, ਠੀਕ ਕਰੇ, ਉਹਨੂੰ ਮਿਲਦਿਆਂ ਢਿੱਲ ਨਹੀਂ ਹੁੰਦੀ। ਨੀਤਾਂ ਇਹ ਜੀਵ ਰੂਪੀ ਇਸਤਰੀ ਦੀਆਂ ਮਾੜੀਆਂ ਹੈ। ਜੇ ਇਹ ਜੀਵ ਰੂਪੀ ਇਸਤਰੀ ਆਪਣੇ ਮਨ ਦੀ ਨੀਂਦ ਰਾਸ ਕਰੇ, ਠੀਕ ਕਰੇ, ਭਾਵ ਸ਼ਰਧਾ ਰੱਖੇ, ਭਰੋਸਾ ਰੱਖੇ, ਤਾਂ ਉਹ ਖੁਦਾ ਨੂੰ ਮਿਲਦਿਆਂ ਢਿੱਲ ਨਹੀਂ ਹੁੰਦੀ, ਉਹ ਖੁਦਾ ਜ਼ਰੂਰ ਮਿਲ ਜਾਂਦਾ ਹੈ। ਦੋਹਰਾ ਕਿਹ ਕਾਰਨ ਪਟ ਛੋੜਹੀ, ਸ਼ੇਖ ਬ੍ਰਹਮ ਜੀ ਕਿਸ ਵਾਸਤੇ ਕੱਪੜੇ ਛੱਡਣੇ ਐ? ਕਾਹੇ ਤਜਹੁ ਵਾਸ, ਕਿਸ ਕਾ ਵਾਸਤੇ ਆ ਘਰ ਵੀ ਛੱਡਣਾ ਹੈ? ਮਿਲ ਹੈ ਆਨ ਕਰਕੇ ਬਿਖੈ, ਘਰ ਦੇ ਵਿੱਚ ਹੀ ਆ ਕੇ ਉਹ ਮਿਲ ਜਾਂਦਾ ਖੁਦਾ ਰੱਬ। ਹੋਏ ਸਿਦਕ ਜੇ ਰਾਸ, ਜੇ ਜੀਵ ਰੂਪੀ ਇਸਤਰੀ ਨੂੰ ਬਹੁਤ ਸਿਦਕ ਭਰੋਸਾ ਹੋਵੇ, ਯਕੀਨ ਹੋਵੇ ਪਰਮਾਤਮਾ ਦੇ, ਜੇ ਪੱਕੀ ਸ਼ਰਧਾ ਹੋਵੇ, ਨੀਤ ਚੰਗੀ ਹੋਵੇ, ਨੀਂਦ ਰਾਸ ਹੋਵੇ, ਤਾਂ ਖੁਦਾ ਆਪ ਹੀ ਘਰੇ ਆ ਕੇ ਮਿਲ ਜਾਂਦਾ ਸਰੀਰ ਰੂਪੀ ਘਰ ਵਿੱਚ ਹੀ। ਕਿਉਂਕਿ ਉਹ ਗਿਆ ਕਿੱਥੇ ਹੈ? ਉਹ ਤੇ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ, ਉਹ ਤੇ ਪਰਮਾਤਮਾ ਖੁਦਾ ਰੇ ਅੰਤਹਿ ਕੰਨ ਰੂਪੀ ਘਰ ਵਿੱਚ ਹੀ ਵਸਦਾ ਹੈ, ਹਿਰਦੇ ਵਿੱਚ ਹੀ ਵਸਦਾ ਪਰਮੇਸ਼ਰ, ਉਹ ਕਿਤੇ ਗਿਆ ਨਹੀਂ ਹੈ। ਅੰਤਰ ਬਸੇ ਬਾਹਰ ਵੀ ਉਹੀ, ਅੰਦਰ ਹੀ ਵਸਦਾ, ਬਾਹਰ ਹੀ ਵਸਦਾ। ਇਸ ਕਰਕੇ ਸ਼ੇਖ ਬ੍ਰਹਮ ਜੀ ਉਹਦੇ ਘਰ ਵਿੱਚ ਹੀ ਆ ਕੇ ਮਿਲਦਾ। ਕਾਹਨੂੰ ਕੱਪੜੇ ਛੱਡਣੇ ਪਾਉਣੇ, ਕਾਹਨੂੰ ਘਰ ਛੱਡਣਾ ਹੈ? ਇਹ ਗੁਰੂ ਨਾਨਕ ਸਾਹਿਬ ਜੀ ਨੇ ਗੁਰਮਤਿ ਦੇ ਸਿਧਾਂਤ ਦਾ ਜਿਹੜਾ ਹੈ ਉਪਦੇਸ਼ ਦਿੱਤਾ, ਜੋ ਬਾਬਾ ਫਰੀਦ ਜੀ ਨੇ ਕਿਹਾ ਹੈ, ਉਹਦੇ ਵਿਰਾਗਮਈ ਉਪਦੇਸ਼ ਹੈ ਸਾਧ ਸੰਗਤ ਜੀ। ਇਹ ਰੱਬ ਨੂੰ ਜੇ ਮਿਲਣਾ ਹੈ ਭਾਈ, ਜਿਸ ਵੇਸ ਨਾਲ ਹੀ ਮਿਲ ਜਾਵੇ ਨਾ, ਉਹੀ ਕਰ ਲੈਣਾ ਚਾਹੀਦਾ ਹੈ। ਇਸੇ ਕਰਕੇ ਸਾਨੂੰ ਸਤਿਗੁਰੂ ਜੀ ਨੇ ਵੇਸ ਦਿੱਤਾ ਹੈ ਸਾਬਤ ਸੂਰਤ ਦਸਤਾਰ ਸਿਰਾ, ਕਿ ਸਾਬਤ ਸੂਰ ਰੱਖਣੀ ਹੈ, ਪਰਮੇਸ਼ਰ ਦੀ ਬਖਸ਼ੀ ਹੋਈ ਜਿਵੇਂ ਰੂਪ ਦਿੱਤਾ ਹੈ ਉਸੇ ਤਰ੍ਹਾਂ ਰੱਖਣਾ। ਕੋਈ ਲੇਪਣ ਨਹੀਂ ਕਰਨਾ, ਭਰਵੱਟਿਆਂ ਦੇ ਜ਼ੋਰ ਨਹੀਂ ਦੇਣਾ, ਦਾੜੇ 'ਤੇ ਜ਼ੋਰ ਨਹੀਂ ਦੇਣਾ, ਕੇਸਾਂ 'ਤੇ ਜ਼ੋਰ ਨਹੀਂ ਦੇਣਾ। ਉਹ ਪਰਮਾਤਮਾ ਦੀ ਜਿਹੜੀ ਸਾਬਤ ਸੂਰਤ ਬਖਸ਼ੀ ਹੋਈ ਹੈ, ਸਿਰ 'ਤੇ ਦਸਤਾਰ ਸਜਾ ਕੇ ਰੱਖਣੀ ਹੈ। ਉਹ ਪਰਮਾਤਮਾ ਵੀ ਐਸਾ ਕੇਸਾਂ ਵਾਲਾ ਜਾਂ ਤੁਸੀਂ ਵੀ ਉਹੋ ਜਿਹੇ ਸਰੂਪ ਵਾਲੇ ਹੋ ਜੋ ਤਾਂ ਪ੍ਰਾਪਤ ਹੋਏਗਾ। ਇਵੇਂ ਤੇ ਕਈ ਸੋਚਦੇ, ਕਹਿੰਦੇ ਵੀ ਕੇਸਾਂ ਵਿੱਚ ਕੀ ਰੱਖਿਆ ਹੈ, ਆਹ ਦਾੜੇ ਨੂੰ ਕਿਹੜੇ ਅੰਬ ਲੱਗਣੇ ਹੈ, ਕਿਹੜੇ ਡੱਡੇ ਲੱਗਣੇ ਹੈ, ਇਹੋ ਜਿਹੀਆਂ ਉਹ ਗੱਲਾਂ ਕਰਦੇ ਹੈ। ਵਾਲਾਂ ਨਾਲ ਤਾਂ ਮੱਤ ਮਾਰੀ ਜਾਂਦੀ ਹੈ ਜੀ। ਕੇਸ ਜਿਨ੍ਹਾਂ ਦੇ ਕੇਸ ਵੱਡੇ ਆ ਉਹਨਾਂ ਨੂੰ ਤਾਂ ਸਮਝ ਕੁਝ ਨਹੀਂ ਆਉਂਦੀ। ਆ ਕਈਆਂ ਦੀਆਂ ਮਾਵਾਂ ਹੀ ਕਹਿਣਗੀਆਂ, ਅੱਜ ਜਦੋਂ ਦੇ ਇਹਨੇ ਕੇਸ ਕਟਾਤੇ ਨੂੰ ਤਾਂ ਹੋਸ਼ ਆ ਗਈ ਮੁੰਡੇ ਨੂੰ, ਪਹਿਲਾਂ ਦੇ ਵਿਚਾਰੇ ਦੀ ਮੱਤ ਬੁੱਧੀ ਮਾਰੀ ਪਈ ਸੀ। ਇੰਨਾ ਤਗੜਾ ਜੇ ਸਿਰ 'ਤੇ ਜੂੜਾ, ਅਤੇ ਸਿਰ ਨਹਾਉਣਾ ਵੀ ਵਿਚਾਰੇ ਨੂੰ ਔਖਾ ਸੀ। ਐਵੇਂ ਕਈ ਮਾਵਾਂ ਹੀ ਵਿਚਾਰੀਆਂ ਜਿਹੜੀਆਂ ਹਾਮੀ ਭਰੀ ਜਾਣਗੀਆਂ ਬੱਚਿਆਂ ਦੀਆਂ, ਅਤੇ ਗੁਰੂ ਪਰਮੇਸ਼ਰ ਤੋਂ ਬੇਮੁਖ ਹੁੰਦੀਆਂ। ਇਹ ਤਾਂ ਸਾਧ ਸੰਗਤ ਜੀ ਸਾਨੂੰ ਗੁਰੂ ਜੀ ਨੇ ਵੇਸ ਦਿੱਤਾ ਹੈ ਸਾਬਤ ਸੂਰਤ ਰੱਬ ਦੀ। ਬਾਬਾ ਫਰੀਦ ਜੀ ਉਹੀਓ ਕਹਿ ਰਹੇ ਵੀ ਜਿੰਨੀ ਵੇਸੀ ਸਹੁ ਮਿਲੈ, ਵੀ ਜਿਨ੍ਹਾਂ ਵੇਸਾਂ ਨਾਲ ਪਰਮਾਤਮਾ ਮਿਲ ਜਾਏ ਉਹੀਓ ਵੇਸ ਕਰ ਲੈਣਾ ਚਾਹੀਦਾ ਹੈ। ਅਸੀਂ ਭਾਲਦੇ ਹਾਂ ਵੀ ਗੁਰੂ ਮਿਲ ਜਾਵੇ, ਪਰਮਾਤਮਾ ਮਿਲ ਜਾਵੇ, ਵੇਸ ਕੋਈ ਨਹੀਂ ਧਾਰਦੇ। ਐਵੇਂ ਮਨਮੁਖ ਭਗਤ ਕਰਿਆ ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਮਨਮੁਖਤਾਈ ਨਾਲ ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਗੁਰਮੁਖਤਾਈ ਜ਼ਰੂਰੀ ਹੈ। ਇਵੇਂ ਜੋ ਸ਼ੇਖ ਬ੍ਰਹਮ ਪੀਰ ਜੀ ਨਾਲ ਗੁਰੂ ਸਾਹਿਬ ਜੀ ਦੇ ਪਾਕ ਪਟਨ ਵਿਖੇ ਬਚਨ ਵਿਲਾਸ ਹੋ ਰਹੇ ਹੈ, ਬ੍ਰਹਮ ਦੀਆਂ ਵਿਚਾਰਾਂ, ਖੁਦਾ ਦੀਆਂ ਵਿਚਾਰਾਂ ਹੋ ਰਹੀਆਂ, ਉਹ ਆਪਾਂ ਸਰਵਣ ਕਰ ਰਹੇ ਹਾਂ। ਹੁਣ ਇੱਥੇ ਸਮਾਂ ਤਕਰੀਬਨ ਪੂਰਾ ਹੋ ਗਿਆ, ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਹਾਰ ਹੈ, ਬਖਸ਼ ਦੇਣਾ ਜੀ।
ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਸਮਾਪਤੀ ਹੈ। ਕਿਹ ਕਾਰਨ ਪਟ ਛੋੜਹੀ, ਕਾਹੇ ਤਜਹ ਆਵਾਸ। ਮਿਲਹਿ ਆਨ ਕਰ ਕੇ ਬਿਖਾ, ਹੋਏ ਸਿਦਕ ਜੇ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।